जेठ पला महाजेठ पला महाजेठ पला प्रीतम क्यों बिसरे प्रीतम क्यों बिसरे महाजेठ पला महाजेठ पला प्रीतम क्यों बिसरे प्रीतम क्यों बिसरे महाजेठ पला महाजेठ पला थल तापै सर पार थल तापै सर पार साधन बिनो करे साधन बिनो करे महाजेठ पला प्रीतम क्यों बिसरे महाजेठ पला तन बिनो करेंदी गुण सरेंदी तन बिनो करेंदी गुण सरेंदी तन बिनो करेंदी गुण सरेंदी गुण सारी प्रभ पावा गुण सारी प्रभ पावा गुण सारी प्रभ पावा साचे महल रहे बैरागी साचे महल रहे बैरागी आवण दे त आवा आवण दे त आवा महाजेठ पला महाजेठ पला प्रीतम क्यों बिसरे प्रीतम क्यों बिसरे महाजेठ
ਭਲਾ ਮਹਾ ਜੇਠ ਭਲਾ। ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ। ਨਿਮਾਣੀ ਨਿਤਾਣੀ ਹਰ ਸੁਖ ਮਹਿਲੀ। ਨਾਨਕ ਜੇਠ ਜਾਣੈ ਤਿਸ ਜੈਸੀ। ਨਾਨਕ ਜੇਠ ਜਾਣੈ ਤਿਸ ਜੈਸੀ। ਕਰਮ ਮਿਲੈ ਗੁਣ ਗਹਿਲੀ। ਕਰਮ ਮਿਲੈ ਗੁਣ ਗਹਿਲੀ। ਮਹਾ ਜੇਠ ਭਲਾ ਮਹਾ ਜੇਠ ਪ੍ਰੀਤਮ ਕਿਉ ਬਿਸਰੈ। ਪ੍ਰੀਤਮ ਕਿਉ ਬਿਸਰੈ। ਮਹਾ ਜੇਠ ਭਲਾ ਮਹਾ ਜੇਠ ਭਲਾ। ਥਲ ਤਾਪੈ ਸਰ ਪਾਰ। ਥਲ ਪੈ ਸਰ ਪਾਰ। ਸਾਧਨ ਬਿਨੋ ਕਰੈ। ਸਾਧਨ ਬਿਨੋ ਕਰੈ। ਮਹਾ ਜੇਠ ਭਲਾ ਮਹਾ ਜੇਠ ਭਲਾ ਮਹਾ ਜੇਠ ਭਲਾ। ਬਾਰ੍ਹਵਾਂ ਮਾਝ ਮਹਿਲਾ ਪੰਜਵਾਂ ਘਰ ਚੌਥਾ। ਹਰ ਜੇਠ ਜੁੜਨ ਦਾ ਲੋੜੀਐ। ਹਰ ਜੇਠ ਜੁੜਨ ਦਾ ਲੋੜੀਐ। ਹਰ ਜੇਠ ਜੁੜਨ ਦਾ ਲੋੜੀਐ। ਹਰ ਜੇਠ ਜੁੜਨ ਦਾ ਜਿਸ ਅੱਗੇ ਸਭ ਨਿਵਨ। ਜਿਸ ਅੱਗੇ ਸਭ ਹਰ ਸਾਜਨ ਦਾਵਣ ਲੱਗਿਆ। ਹਰ ਸਜਣ ਦਾਵਣ ਕਿਸੈ ਨ ਦੇਈ ਬਨ। ਕਿਸੈ ਨ ਦੇਈ ਬਨ। ਜੇਠ ਜੁੜਨ ਦਾ ਲੋੜੀਐ। ਹਰ ਜੇਠ ਜੁੜਨ ਦਾ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣੈ। ਜੇ
ते मन पावन हर जेठ जुड़ंदाल हर जेठ जुड़ंदा लोड़िए जो हर लोड़े सो करे सोई जी करन जो हर लोड़े जो प्रभ कीते आपने सेई कहिए तन हर जेठ जुड़ंदा लोड़िए जेठ जुड़ंदा जिस अग्गे सब निवन जिस अग्गे सब हर जेठ जुड़ंदा जेठ जुड़ंदा आपन लिया जे मिले विछड़ क्यों रोवन आपन लिया विछड़ क्यों रोवन साधु संग प्राप्ते नानक रंग माणन हर जेठ जुड़ंदा लोड़ी हर जेठ जुड़ंदा जिस अग्गे सब निवन जिस अग्गे सब हर जेठ जुड़ंदा लोड़िए हर जेठ जुड़ंदा हर जेठ रंगीला तिस तणी जिसके पाग मथन हर जेठ रंगीला तिस तणी जिसके पाग मथन हर जेठ जुड़ंदा लोड़िए हर जेठ जिस अग्गे सब निवन जिस अग्गे सब निवन हर जेठ जुड़ंदा लोड़िए हर जेठ जुड़ंदा लोड़िए हर जेठ जुड़ंदा लोड़िए। ਅੱਜ ਦਾ ਸ਼ਬਦ ਅਸੀਂ ਦੋ ਸ਼ਬਦ ਪੜ੍ਹੇ ਹਨ। ਪਹਿਲਾ ਸ਼ਬਦ 1108 ਨੰਬਰ ਗੁਰੂ ਗ੍ਰੰਥ ਸਾਹਿਬ ਦੇ ਪੰਨੇ 'ਤੇ ਅੰਕਿਤ ਹੈ, ਜਿਸ ਦਾ ਸਿਰਲੇਖ 12 ਮਾਹ ਹੈ ਅਤੇ ਤੁਖਾਰੀ ਰਾਗ ਵਿੱਚ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਛੰਦ ਹੈ। ਇਸ ਦੇ ਨਾਲ ਹੀ ਅਸੀਂ ਦੂਸਰਾ ਸ਼ਬਦ ਪੜ੍ਹਿਆ ਜਿਸ ਦਾ ਸਿਰਲੇਖ ਹੈ 12 ਮਾਹ ਮਾਝ ਰਾਗ ਵਿੱਚ ਮਹਿਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਹੈ ਅਤੇ ਘਰ ਚੌਥਾ ਵਿੱਚ ਇਸ ਨੂੰ ਗਾਇਨ ਕਰਨ ਦੀ ਤਾਲ ਦੀ ਪਿੱਚ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ 134 ਨੰਬਰ ਪੰਨੇ 'ਤੇ ਅੰਕਿਤ ਹੈ। ਗੁਰਬਾਣੀ ਵਿੱਚ ਅਸੀਂ ਸਭ ਜਾਣਦੇ ਹਾਂ ਕਿ ਲੋਕ ਭਾਸ਼ਾ, ਪ੍ਰਚਲਿਤ ਬੋਲੀ, ਪ੍ਰਚਲਿਤ ਵੋਕੈਬਲਰੀ ਦੇ ਲਫ਼ਜ਼ ਗੁਰੂ ਸਾਹਿਬ ਨੇ ਵਰਤੇ ਨੇ ਤਾਂ ਕਿ ਆਮ ਮਨੁੱਖ ਉਹਨਾਂ ਲਫ਼ਜ਼ਾਂ ਨੂੰ ਆਪਣੀ ਰੋਜ਼ਮर्रा ਦੀ ਬੋਲੀ 'ਚ ਵਰਤਦਾ ਹੈ ਅਤੇ ਉਸ ਨੂੰ ਰਿਲੇਟ ਕਰਕੇ ਉਹਦੇ ਬਾਰੇ ਕੁਝ ਸਮਝਣ ਦਾ ਯਤਨ ਕਰੇ। ਪਰ ਵਿਲੱਖਣ ਗੱਲ, ਇੰਪੋਰਟੈਂਟ ਗੱਲ, ਡਿਫਰੈਂਸ਼ੀਏਟ ਕਰਕੇ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੇ ਲਫ਼ਜ਼ ਗੁਰੂ ਸਾਹਿਬ ਨੇ ਉਚਾਰੇ ਉਹਨਾਂ ਲਫ਼ਜ਼ਾਂ ਦੇ ਮੀਨਿੰਗ ਗੁਰਮਤਿ ਅਨੁਸਾਰ ਆਪਣੇ ਸੀ, ਆਪਣੇ ਹਨ। ਇਸ ਢੰਗ ਦੇ ਨਾਲ ਜਦੋਂ ਬਾਣੀ ਲਿਖੀ ਜਾਂਦੀ ਹੈ ਜਾਂ ਬੋਲੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਸਪੀਕਿੰਗ ਇਨ ਵਰਨੈਕੂਲਰ, ਜਿਸ ਨੂੰ ਅਸੀਂ ਪੰਜਾਬੀ 'ਚ ਸਿੰਪਲ ਲਫ਼ਜ਼ਾਂ 'ਚ ਕਹਿੰਦੇ ਹਾਂ ਪ੍ਰੌಢਾਵਾਦੀ ਢੰਗ ਦੇ ਨਾਲ ਗੱਲ ਕਰਨੀ। ਤਾਂ ਪ੍ਰੌಢਾਵਾਦੀ ਢੰਗ ਦੇ ਨਾਲ ਗੱਲ ਕਰਨੀ ਹੋਵੇ, ਅੱਜ ਦੇ ਬੱਚੇ ਨੂੰ ਕਹਿਣਾ ਕਿ ਤੂੰ
दौड़ के जल्दी जा, समान फलाना दुकान तो चीज़ लैके आ। इस दे बदले बच्चे की लैंग्वेज कहिए, बच्चा रोज़ क्रिकेट देखता है, पेस बॉल की तरह जाइयो, जैसे फास्ट बॉल फेंकते हैं ना शोहेब अख्तर, ऐसे भाग के जाइयो और जल्दी से आइयो। यह गल बच्चे ने एकदम छेती समझ आ जाती है। क्यों? क्योंकि पेस बॉल, फास्ट बॉल, क्रिकेट दी बॉल दी लैंग्वेज बच्चा समझता है। मकसद बॉल नहीं है, मकसद ਉਹਨੂੰ ਛੇਤੀ ਕੰਮ ਕਰਾਉਣ ਦਾ ਢੰਗ ਹੈ। ਇਹਦਾ ਮਤਲਬ ਗੁਰੂ ਪਾਤਸ਼ਾਹ ਜਦੋਂ ਬਾਣੀ ਉਚਾਰਦੇ ਨੇ ਜਾਂ ਬਾਣੀ ਵਰਤਦੇ ਨੇ, ਉਸ ਵੇਲੇ ਜਿਹੜੇ ਅੱਖਰ ਵਰਤੇ ਗਏ ਹਨ ਉਹ ਪੇਸ ਬਾਲ ਵਾਂਗੂ, ਫਾਸਟ ਬਾਲ ਵਾਂਗੂ, ਕ੍ਰਿਕਟ ਵਾਂਗੂ ਉਹ ਅੱਖਰ ਦੁਨੀਆ ਵਿੱਚ ਉਸ ਜ਼ਮਾਨੇ ਵਿੱਚ ਪ੍ਰਚਲਿਤ ਸਨ। ਅਤੇ ਹਰ ਪੜ੍ਹਿਆ ਅਨਪੜ੍ਹਿਆ, ਛੋਟਾ ਵੱਡਾ, ਕਿਸੇ ਵੀ ਮਜ਼ਹਬ ਵਾਲਾ ਇਨਸਾਨ ਰੋਜ਼ਮर्रा ਦੇ ਜੀਵਨ ਵਿੱਚ ਉਹ ਬੋਲੀ, ਉਹ ਲਫ਼ਜ਼ ਵਰਤਦਾ ਸੀ। ਉਹਦੇ 'ਚੋਂ ਫੋਕ ਦੇ, ਲੋਕ ਗੀਤ ਤੇ ਲੋਕ ਭਾਸ਼ਾ ਦੇ ਲਫ਼ਜ਼ ਵੀ ਗੁਰੂ ਪਾਤਸ਼ਾਹ ਜੀ ਨੇ ਵਰਤੇ। ਜਿਨ੍ਹਾਂ ਲਫ਼ਜ਼ਾਂ 'ਚੋਂ ਅੱਜ ਦਾ ਟੌਪਿਕ ਸਾਡਾ ਹੈ ਕਿ ਉਹ ਵਰਨੈਕੂਲਰ ਦੇ ਢੰਗ ਦੇ ਨਾਲ, ਪ੍ਰੌಢਾਵਾਦ ਦੇ ਢੰਗ ਦੇ ਨਾਲ ਗੁਰੂ ਪਾਤਸ਼ਾਹ ਨੇ 12 ਮਾਹ ਟੌਪਿਕ ਵੀ ਉਚਾਰਿਆ। ਤਾਂ 12 ਮਾਹ ਦੇ ਵਿੱਚ ਪ੍ਰੌಢਾਵਾਦੀ ਢੰਗ ਦੇ ਨਾਲ, ਜਿਸ ਤਰ੍ਹਾਂ ਬੱਚੇ ਨੂੰ ਅਸੀਂ ਫਾਸਟ ਬਾਲ ਕ੍ਰਿਕਟ ਸਿਖਾ ਰਹੇ ਹਾਂ, ਗੱਲ ਉਹਦੀ ਕਰਕੇ ਆਪਣੀ ਗੱਲ ਕਰਵਾਉਣਾ ਚਾਹੁੰਦੇ ਹਾਂ, ਆਪਣਾ ਮੈਸੇਜ ਦੇਣਾ ਚਾਹੁੰਦੇ ਹਾਂ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੋ ਦੁਨੀਆ ਵਿੱਚ ਸੰਕ੍ਰਾਂਤੀ ਦੇ ਮੁਤਾਬਕ ਸੂਰਜ ਦਾ ਇੱਕ ਗਰੁੱਪ ਤੋਂ ਦੂਜੇ ਗਰੁੱਪ ਵਿੱਚ ਚਲੇ ਜਾਣਾ ਅਤੇ ਇੱਕ ਮੌਸਮ ਤੋਂ ਦੂਸਰੇ ਮੌਸਮ ਵਿੱਚ ਬਦਲਾਹਟ ਹੋਣੀ, ਇਸ ਤਰੀਕੇ ਦੇ ਨਾਲ ਜੋ ਨਾਂ ਰੱਖੇ ਹੋਏ ਸਨ ਲੋਕਾਂ ਨੇ ਮਹੀਨਾ ਬਦਲਣ 'ਤੇ, ਉਸ ਨਾਂ ਦਾ ਲਫ਼ਜ਼ ਵਰਤਿਆ ਪੇਸ ਬਾਲ ਵਾਂਗੂ, ਪਰ ਉਸ ਨਾਮ ਦੇ ਨਾਲ ਪੇਸ ਬਾਲ ਵਾਂਗੂ ਤਾਲੁਕ ਨਹੀਂ ਸੀ, ਉਸ ਦੇ ਪਿੱਛੇ ਮੈਸੇਜ ਸੀ। ਜਿਵੇਂ ਅਸੀਂ ਪੜ੍ਹਦੇ ਹਾਂ ਵੈਸਾਖ ਭਲਾ, ਜਿਵੇਂ ਅਸੀਂ ਪੜ੍ਹਦੇ ਹਾਂ 12 ਮਾਹ ਦੇ ਕੋਈ ਵੀ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਮਾਘ ਹੈ, ਜੇਠ ਹੈ, ਹਾੜ ਹੈ ਔਰ ਵਿਸਾਖ ਹੈ, 12 ਮਾਹ ਦੇ ਜਿਤਨੇ ਵੀ ਲਫ਼ਜ਼ ਪ੍ਰਚਲਿਤ ਸਨ ਮਹੀਨਿਆਂ ਦੀ ਬੋਲੀ ਦੇ ਵਿੱਚ, ਗੁਰੂ ਪਾਤਸ਼ਾਹ ਨੇ ਵਰਤੇ। ਪਰ ਸਾਰਿਆਂ ਦਾ ਮਹਿਨਾ ਇਹ ਸੀ ਕਿ ਤੇਰਾ ਜੀਵਨ, ਜੇ ਮੰਨ ਲਿਆ ਵਿਸਾਖ ਦਾ ਮਹੀਨਾ ਚੜ੍ਹਿਆ ਤੇ ਸਮਝ ਤੇਰਾ ਸਾਰਾ ਜੀਵਨ ਵਿਸਾਖ ਹੈ, ਤੇਰਾ ਜੀਵਨ ਵਿਸਾਖ ਹੈ। ਜੇ ਮਾਘ ਦਾ ਚੜ੍ਹਿਆ ਤੇ ਤੂੰ ਮਾਘ ਜੀਵਨ ਬਣਾਉਣਾ ਚਾਹੁੰਦਾ, ਤੇ ਮਾਘ ਵਿੱਚ ਪ੍ਰਚਲਿਤ ਸੀ ਬਈ ਇਸ ਤਰ੍ਹਾਂ ਫਲਾਣੀ ਜਗ੍ਹਾ ਇਸ਼ਨਾਨ ਕਰਨ ਜਾਓ ਤਾਂ ਮਾਘ ਪੁਨੀਤ ਭਈ। ਕਿਸ ਤਰ੍ਹਾਂ ਪੁਨੀਤ ਹੋ ਸਕਦੀ ਹੈ? ਜਿਸ ਤਰ੍ਹਾਂ ਉਹ ਕਹਿੰਦੇ ਸਨ ਪ੍ਰਚਲਿਤ ਬੋਲੀ ਵਾਲੇ ਕਿ ਫਲਾਣੀ ਜਗ੍ਹਾ ਤੀਰਥ ਇਸ਼ਨਾਨ ਕਰੋ, ਇਸ ਤਰ੍ਹਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਸੱਚ ਦੀ ਸੰਗਤ ਦੇ, ਸੱਚ ਦੀਆਂ ਵਿਚਾਰਾਂ ਦੇ ਸਰੋਵਰ ਵਿੱਚ ਹਰ ਸਰ, ਹਰਦੁਆਰ, ਗੁਰਸਰ ਦੇ ਵਿੱਚ ਇਸ਼ਨਾਨ ਕਰਿਆ ਕਰ। ਆਪਣੀ ਆਤਮਾ ਨੂੰ ਤੂੰ ਸੁੱਚਾ ਕਰਿਆ ਕਰ ਸੱਚ ਦੀ ਵਿਚਾਰ ਦੇ ਨਾਲ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹੀ ਰਹਿ, ਤੂੰ ਗੁਰੂ ਦੇ ਦਰਿਆ ਵਿੱਚ ਇਸ਼ਨਾਨ ਕਰਿਆ ਕਰ। ਸੋ ਮਾਘ ਦੇ ਮਹੀਨੇ ਵਿੱਚ ਮਾਘ ਦਾ ਲਫ਼ਜ਼ ਵਰਤ ਕੇ ਇਸ਼ਨਾਨ ਆਤਮਕ ਕਰਾ ਦਿੱਤਾ, ਪਰ ਮਾਘ ਦੇ ਮਹੀਨੇ ਨਾਲ ਤਾਲੁਕ ਕੋਈ ਨਹੀਂ ਸੀ। ਅਸੀਂ ਗੱਲ ਕਰ ਰਹੇ ਸਾਂ ਕਿ ਗੁਰੂ ਪਾਤਸ਼ਾਹ ਨੇ ਪ੍ਰਚਲਿਤ ਬੋਲੀ ਵਰਤੀ। ਇਸ ਤਰ੍ਹਾਂ ਹੀ ਸਾਡੇ ਘਰਾਂ ਦੇ ਵਿੱਚ ਪ੍ਰਚਲਿਤ ਬੋਲੀ ਵਿੱਚ ਜੇਠ ਦਾ ਮਹੀਨਾ ਵੀ ਚੜ੍ਹਦਾ ਹੈ, ਜਿਸ ਨੂੰ ਸੰਕ੍ਰਾਂਤੀ ਕਰਕੇ ਮਨਾਇਆ ਜਾਂਦਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਜੇਠ ਲਫ਼ਜ਼ ਵੀ ਵਰਤ ਲਿਆ, ਪਰ ਜੇਠ ਲਫ਼ਜ਼ ਸਾਡੇ ਘਰਾਂ ਦੇ ਵਿੱਚ ਵਰਤਿਆ ਜਾਂਦਾ, ਜਿਨ੍ਹਾਂ ਦੇ ਘਰ ਵਿੱਚ ਕਿਸੇ ਮੁੰਡੇ ਦਾ ਵਿਆਹ ਹੋਵੇ ਔਰ ਉਸ ਦੇ ਵਿਆਹ 'ਤੇ ਉਹਦਾ ਵੱਡੇ ਭਰਾ ਦੇ ਬਾਰੇ ਗੱਲ ਕੀਤੀ ਜਾਏ ਤਾਂ ਕਿਹਾ ਜਾਂਦਾ ਇਹਦਾ, ਇਸ ਕੁੜੀ ਜਿਸ ਘਰ ਵਿੱਚ ਜਾ ਰਹੀ ਹੈ ਇਹਦਾ ਜੇਠ ਕੌਣ ਹੈ। ਅਤੇ ਪੁਰਾਤਨ ਜ਼ਮਾਨੇ ਤੋਂ ਇਹ ਵੀ ਲਫ਼ਜ਼ ਵਰਤਿਆ ਜਾਂਦਾ ਸੀ ਬਈ ਘਰ ਵਿੱਚ ਸਭ ਤੋਂ ਵੱਡਾ ਪੁੱਤਰ ਕਿਹੜਾ, ਮੀਨਸ ਜੇਠਾ ਪੁੱਤਰ ਕੌਣ ਹੈ। ਸੋ ਜੇਠ ਲਫ਼ਜ਼ ਗੁਰੂ ਪਾਤਸ਼ਾਹ ਨੇ ਵਰਤ ਲਿਆ। ਕਿਉਂ? ਵੱਡਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਜੇਠ ਦਾ ਮਹੀਨਾ ਮਨਾਉਂਦੇ ਹੋ ਤਾਂ ਮੈਂ ਸਮਝਦਾ ਤੁਹਾਡੇ ਵਾਸਤੇ ਜੇਠ ਕੌਣ ਹੈ? ਹਰ ਜੇਠ ਹੈ। ਰੱਬ ਜੀ ਸਭ ਤੋਂ ਵੱਡੇ ਨੇ। ਵੱਡਾ ਮੇਰਾ ਗੋਬਿੰਦ, ਅਗੰਮ ਅਗੋਚਰ, ਸਭ ਤੋਂ ਵੱਡਾ ਜੇਠਾ ਕੌਣ ਹੈ? ਜੇਠ ਕੌਣ ਹੈ? ਹਰ ਜੇਠ। ਤੇ ਇਸ ਤੁਖਾਰੀ ਰਾਗ ਦੇ
12 ਮਾਹ ਮਹਿਲਾ ਪਹਿਲਾ ਤੋਂ ਉਚਾਰਨ ਕੀਤੇ ਹੋਏ ਗੁਰੂ ਨਾਨਕ ਸਾਹਿਬ ਦੇ ਜਦੋਂ ਤੱਕ 12 ਮਾਹ ਨੂੰ ਅਸੀਂ ਨਾ ਸਮਝੀਏ ਨਾ, ਉਹਦੀ ਬੋਲੀ ਨੂੰ, ਉਹਦੇ ਸ਼ਬਦ ਨੂੰ, ਉਹਦੇ ਵਿੱਚ ਵਰਤੀ ਗਈ ਟੈਕਨੀਕ ਨੂੰ ਜੇਕਰ ਨਾ ਵਰਤੀਏ, ਸਾਰੇ ਆਨਸਰ ਉੱਥੇ ਹਨ। ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮਹਿਲਾ ਪਹਿਲਾ ਦੇ ਮੁਤਾਬਕ ਸਭ ਤੋਂ ਪਹਿਲਾ ਰਚయిਤਾ ਨੇ। ਸਭ ਤੋਂ ਪਹਿਲਾ ਸ਼ਬਦ, ਸਭ ਤੋਂ ਪਹਿਲਾ ਟੌਪਿਕ, ਸਭ ਤੋਂ ਪਹਿਲੇ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਆਉਂਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ 12 ਮਾਹ ਦੀ ਜਿਤਨੀ ਸੰਗਰਾਂਦ ਮਨਾਉਣ ਵਾਲੀ, ਸੋ ਕਾਰਡ ਸੰਕ੍ਰਾਂਤੀ ਮਨਾਉਣ ਵਾਲੀ, ਸੂਰਜ ਨੂੰ ਪੂਜਣ ਵਾਲੀ ਜਿਹੜੀ ਗੱਲ ਸੀ, ਉਸ ਲਫ਼ਜ਼ਾਂ ਨੂੰ ਵਰਤ ਕੇ ਦੁਨੀਆ ਨੂੰ ਸੱਚ ਸਮਝਾਇਆ। ਉਸ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ 12 ਮਾਹ ਉਚਾਰਿਆ, ਜਿਸ ਨੂੰ ਮਾਝ ਰਾਗ ਵਿੱਚ ਕਹਿੰਦੇ ਨੇ। ਪਰ ਅਸੀਂ ਗੁਰਦੁਆਰਿਆਂ ਦੇ ਵਿੱਚ ਸਿਰਫ ਮਾਝ ਰਾਗ ਦਾ 12 ਮਾਹ ਪੜ੍ਹਦੇ ਹਾਂ, ਜਿਹੜਾ ਕਿ ਅਸੀਂ ਬਾਅਦ ਵਿੱਚ ਪੜ੍ਹਿਆ, ਹਰ ਜੇਠ ਜੁੜਨ ਦਾ ਲੋੜੀ ਹੈ। ਉਹਦੇ ਨਾਲ ਕੀ ਹੋਇਆ ਕਿ ਮੈਸੇਜ ਸਾਡੇ ਸਾਹਮਣੇ ਆ ਨਾ ਸਕਿਆ, ਕਿਉਂਕਿ ਅਸਲੀਅਤ ਵਿੱਚ ਤੱਤ ਦੀ ਗੱਲ ਮਹਿਲਾ ਪਹਿਲਾ ਤੁਖਾਰੀ ਵਿੱਚ ਸਮਝਾ ਦਿੱਤੀ ਗਈ ਸੀ, ਉਹ ਅਸੀਂ ਸਮਝੀ ਨਹੀਂ। ਇਹ ਨਹੀਂ ਕਿ ਮਾਝ ਵਿੱਚ ਸਮਝਾਈ ਨਹੀਂ ਗਈ ਹੈ, ਪਰ ਮਾਝ ਵਿੱਚ ਸਮਝਣ ਵਾਸਤੇ ਸਾਨੂੰ ਤੁਖਾਰੀ ਮਹਿਲਾ ਪਹਿਲਾ ਸਮਝਣਾ ਪਏਗਾ। ਜੇਕਰ ਉਹ ਸਮਝ ਆ ਗਿਆ, ਸਾਡਾ ਸਾਰਾ ਜੀਵਨ ਜੇਠ ਬਣ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਅਸੀਂ ਜੇਠ ਪੁੱਤਰ ਵਾਂਗੂ, ਜੇਠ ਰੱਬ ਜੀ ਵਾਂਗੂ, ਸਭ ਤੋਂ ਵੱਡੇ ਰੱਬ ਜੀ ਵਾਂਗੂ ਬਣ ਜਾएंगे। कैसे हर जन ऐसा चाहिए जैसा हरी होए। हर जेठ है, तू भी जेठ बन जाएगा, तेरा जीवन जेठ हो जाएगा। तेरा सारा जीवन जेठ महीने वांगू सारा जीवन जेठ हो जाए। तू हर जेठ नाल जुड़ जाना। जेकर तू नहीं जुड़िया ਤਾਂ ਮਹੀਨੇ ਬੱਦੀ, ਹਰ ਮਹੀਨੇ ਜ਼ਿੰਦਗੀ ਭਰ ਮਹੀਨੇ ਤਾਂ ਮਨਾਉਂਦਾ ਰਹਿ ਜਾਏਗਾ, ਪਰ ਰੱਬ ਜੀ ਨਾਲ ਜੇ ਨਾ ਜੁੜ ਪਾਇਆ ਤਾਂ ਤੈਨੂੰ ਸਿਰ ਤੇ ਇੱਕ ਭਾਰ ਚੁੱਕਣਾ ਪਏਗਾ। ਯੂ ਵਿਲ ਬੀ ਮੈਨੂਵਰਡ ਬਾਈ ਡਿਸਕੰਟੈਂਟਮੈਂਟ, ਜਿਸ ਨੂੰ ਕਹਿੰਦੇ ਆ ਤ੍ਰਿਸ਼ਨਾ। ਤੈਨੂੰ ਤ੍ਰਿਸ਼ਨਾ ਸਤਾਏਗੀ, ਤੈਨੂੰ ਤ੍ਰਿਸ਼ਨਾ ਦੀ ਪੰਡ ਚੁੱਕਣੀ ਪਏਗੀ। ਤ੍ਰਿਸ਼ਨਾ ਦੀ ਪੰਡ ਵਿੱਚ ਕੀ ਹੁੰਦਾ? ਹੋਰ ਇੱਕ ਮੁੱਠ ਚੁੱਕ, ਦੂਜੀ ਤਿਆਰ, ਇੱਕ ਮੁੱਠ ਚੁੱਕੀ। ਕੋਈ ਵੀ ਚੀਜ਼ ਡਿਮਾਂਡ ਕਰੋ, ਹੋਰ ਚਾਹੀਦੀ ਹੈ। ਇਹ ਤ੍ਰਿਸ਼ਨਾ ਹੀ ਤੇ ਹੈ। ਸਾਡੀ ਤ੍ਰਿਸ਼ਨਾ ਦੀ ਬਿਮਾਰੀ ਦੇ ਕਾਰਨ ਅੱਜ ਜੋ ਇੱਕ ਸੈੱਲਫੋਨ ਮਾਰਕੀਟ ਵਿੱਚ ਸੁੱਟਦੇ ਨੇ, ਨਵਾਂ ਫੋਨ ਹੈ, ਇਹਦੇ ਵਿੱਚ ਇਹ ਫੀਚਰ ਨੇ, ਇਹਦੀ ਬੈਟਰੀ ਇੰਨੇ ਚਿਰ ਚੱਲਦੀ ਹੈ, ਇਹਦੇ ਨਾਲ ਤੁਸੀਂ ਫਲਾਣੀ ਜਗ੍ਹਾ ਵੀ ਗੱਲ ਕਰ ਸਕਦੇ ਹੋ, ਖੂੰਜੇ 'ਚ ਵੀ ਕਰ ਸਕਦੇ ਹੋ, ਬੇਸਮੈਂਟ 'ਚ ਵੀ ਕਰ ਸਕਦੇ ਹੋ। ਅਸੀਂ ਲੈ ਲਿਆ ਫੋਨ। ਸਾਡੀ ਤ੍ਰਿਸ਼ਨਾ ਦੀ ਬਿਮਾਰੀ ਦੇਖਦੇ ਹਾਂ, ਉਹਨਾਂ ਨੇ ਉਸੀ ਫੋਨ ਦੇ ਨਵੇਂ ਕੱਪੜੇ ਪਾਏ ਔਰ ਨਵਾਂ ਫੈਸ਼ਨ ਚੇਂਜ ਕਰਕੇ ਥੋੜ੍ਹੇ ਜਿਹੇ ਫੀਚਰਸ ਵਧਾ ਕੇ ਸਾਡੇ ਸਾਹਮਣੇ ਨਵਾਂ ਫੋਨ ਸੁੱਟਿਆ। ਉਹ ਫੋਨ ਪੁਰਾਣਾ ਹੋ ਗਿਆ, ਨਵਾਂ ਫੋਨ ਆ ਗਿਆ। ਅਸੀਂ ਸਾਰੇ ਨਵਾਂ ਫੋਨ ਚਾਹੁੰਦੇ ਹਾਂ, ਫਿਰ ਨਵਾਂ ਆ ਗਿਆ, ਹੋਰ ਨਵਾਂ ਚਾਹੁੰਦੇ ਹਾਂ, ਹੋਰ ਨਵਾਂ ਆ ਗਿਆ। ਇਸ ਤਰ੍ਹਾਂ ਹੀ ਲੈਪਟਾਪ, ਇੰਜੀ ਕਾਰਾਂ। ਸਾਡੀ ਇਸ ਤ੍ਰਿਸ਼ਨਾ ਬੁੱਧੀ ਦੇ ਕਾਰਨ ਮਾਰਕੀਟ ਵਿੱਚ ਕੈਪੀਟਲਿਜ਼ਮ ਦੀ ਗੇਮ ਚੱਲਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਨੇ ਸਿਰ 'ਤੇ ਤ੍ਰਿਸ਼ਨਾ ਦੀ ਪੰਡ ਚੁੱਕੀ ਹੋਈ ਹੈ, ਸਿਰ 'ਤੇ ਤ੍ਰਿਸ਼ਨਾ ਦਾ ਭਾਰ ਚੁੱਕਿਆ। ਇਹਨਾਂ ਨੂੰ ਚੈਨ ਕਦੀ ਨਾ ਆਉਣ ਦਿਓ, ਕਿਉਂਕਿ ਇਹ ਤ੍ਰਿਸ਼ਨਾ ਦੇ ਸਤਾਏ ਹੋਏ ਨੇ। ਕਾਰਨ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਤੁਖਾਰੀ 12 ਮਾਹ 'ਚ ਆਪਣੇ ਜੀਵਨ ਨੂੰ ਜੇਠ ਬਣਾਉਣਾ ਨਹੀਂ ਆਇਆ। ਸੋਚਣ ਵਾਲੀ ਗੱਲ ਹੈ। ਅੱਜ ਕਹਿੰਦੇ ਨੇ ਜੀ ਰੱਬ ਨੂੰ ਕਿਉਂ ਯਾਦ ਕਰਨਾ ਚਾਹੀਦਾ? ਰੱਬ ਨੂੰ ਯਾਦ ਕਰਨ ਦੀ ਲੋੜ ही नहीं है। धार्मिक स्थान में मंदिर मस्जिद गुरुद्वारे जाने की क्या जरूरत है? पाठ करने की जरूरत है? मन साफ होना चाहिए। कोई एथीस्ट बनया फिरदा है, कोई कम्युनिस्ट बनया फिरदा है, कोई रब दे नां ते पाखंड नूं रब समझ रहा है, कोई रब दे नां ते तीरथ नूं रब समझ रहा है, कोई रब दे नां ते मिडल मैन नूं रब समझ रहा है। ਖਿਮਾ ਕਰਨਾ, ਜਦੋਂ ਤੁਸੀਂ ਸਿੱਖ ਜਗਤ ਵਿੱਚ ਵੀ ਕਿਸੇ ਮਿਡਲ ਮੈਨ ਕੋਲੋਂ ਅਰਦਾਸ ਕਰਨ ਨੂੰ ਜ਼ਿਆਦਾ ਵਡਿਆਈ ਸਮਝਦੇ ਹਾਂ, ਤਾਂ ਅਸੀਂ ਸਮਝਦੇ ਹਾਂ ਵੀ ਮੈਂ ਤਾਂ ਰੱਬ ਜੀ ਤੁਹਾਡੇ ਨਾਲ ਸਿੱਧੀ ਗੱਲ ਨਹੀਂ ਕਰ ਸਕਦਾ। ਭੁਲੇਖਾ ਇੱਥੋਂ ਹੀ ਤਾਂ ਪੈਂਦਾ ਹੈ। ਸਾਨੂੰ ਅਕਾਲ ਤਖਤ ਦੀ ਰਹਿਤ ਮਰਿਆਦਾ ਅਨੁਸਾਰ ਸਮਝਾਇਆ ਗਿਆ ਸ਼ਖਸੀ ਰਹਿਣੀ ਅਤੇ ਪੰਥਕ ਰਹਿਣੀ। ਪਰ ਸ਼ਖਸੀ ਰਹਿਣੀ ਦੱਸਿਆ ਤੂੰ ਆਪ ਪਾਠ ਕਰ, ਸ਼ਖਸੀ ਰਹਿਣੀ ਦੱਸਿਆ ਤੂੰ ਆਪ ਨਿਤਨੇਮ ਕਰ, ਸ਼ਖਸੀ ਰਹਿਣੀ 'ਚ ਦੱਸਿਆ ਤੂੰ ਆਪ ਖੰਡੇ ਬਾਟੇ ਕੀ ਪੌਲ ਛੱਕ ਕੇ ਆਪ ਗੁਰੂ ਵਾਲਾ ਬਣ ਜਾ। ਸ਼ਖਸੀ ਰਹਿਣੀ 'ਚ ਦੱਸਿਆ ਕਿ ਤੂੰ ਆਪ ਰੱਬ ਅੱਗੇ ਰੋਜ਼ ਅਰਦਾਸ ਕਰਿਆ ਕਰ ਨਿਤਨੇਮ ਕਰਕੇ, ਤੈਨੂੰ ਕਿਸੇ ਵਿਚੋਲੇ ਦੀ ਲੋੜ ਹੀ ਨਹੀਂ। ਸੋ ਮੈਂ
ਮੁੜ ਕੇ ਆਪਣੇ ਟੌਪਿਕ ਤੇ ਵਾਪਸ ਆਵਾਂ ਕਿ ਤੁਖਾਰੀ ਨੂੰ ਨਹੀਂ ਸਮਝਿਆ ਤੇ ਤੈਨੂੰ ਇੱਕ ਚੀਜ਼ ਸਤਾਏਗੀ। ਤੂੰ ਕਮਿਊਨਿਸਟ ਰਹਿਣਾ ਚਾਹੁੰਦਾ, ਏਥੀਸਟ ਰਹਿਣਾ ਚਾਹੁੰਦਾ, ਨਾਸਤਕ ਰਹਿਣਾ ਚਾਹੁੰਦਾ, ਆਸਤਕ ਰਹਿਣਾ ਚਾਹੁੰਦਾ, ਕਰਮਕਾਂਡ ਪਾਖੰਡ ਨਾਲ ਜੁੜਿਆ ਰਹਿਣਾ ਚਾਹੁੰਦਾ, ਤੇਰੀ ਮਰਜ਼ੀ ਹੈ। ਦੁਨੀਆ ਦੇ ਕਿਸੇ ਬੰਦੇ ਨੂੰ ਜ਼ਬਰਦਸਤੀ ਸੱਚ ਨਹੀਂ ਸਮਝਾਇਆ ਜਾ ਸਕਦਾ, ਪਰ ਜੋ ਸੱਚ ਸਮਝਣਾ ਨਾ ਚਾਹੇ ਉਹਦੀ ਮਰਜ਼ੀ ਹੈ। ਪਰ ਉसी ਉੱਤੇ ਕਰੁਣਾ ਕਰਕੇ, ਤਰਸ ਕਰਕੇ ਇਹ ਦੱਸ ਰਹੇ ਨੇ, ਇਹ ਬੰਦਿਆ ਜੇ ਤੂੰ ਰੱਬ ਜੀ ਦੇ ਨਾਲ ਨਹੀਂ ਜੁੜਨਾ ਚਾਹੁੰਦਾ ਨਾ, ਸੱਚ ਦੇ ਨਾਲ, ਰੱਬ ਦੀ ਰਜ਼ਾ ਦੇ ਨਾਲ ਜੇ ਨਹੀਂ ਜੁੜਨਾ ਚਾਹੁੰਦਾ, ਤੈਨੂੰ ਤ੍ਰਿਸ਼ਨਾ ਦੀ ਪੰਡ ਸਿਰ ਤੇ ਭਾਰ ਚੁੱਕਣਾ ਪਏਗਾ। ਐਂਡ ਯੂ ਵਿਲ ਬੀ ਆਲਵੇਜ਼ ਡਿਸਟਰਬਡ। ਤੂੰ ਹਮੇਸ਼ਾ ਅਸ਼ਾਂਤ ਤੇ ਦੁਖੀ ਰਹੇਗਾ। ਕਿਉਂ? ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਰੇ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋ ਰੇ, ਪਰੇ ਪਰੇ ਹੀ ਕੋ ਲੂਜੀ ਰੇ। बड़े बड़े राजन अर भूमन ताकि त्रिशन ना बूझी रे। तू की समझदा बड़ी स्टॉक मार्केट नाल करोड़ां कमा लांगा, या मैं प्रॉपर्टियां नाल करोड़ां कमा लांगा, या मैं अपना करियर बना के फलानी उच्ची पढ़ाई करके करोड़ां कमा लांगा, पर तृष्णा नहीं बुझेगी। तू कमा सारे, मोती तो मंदर ऊसरे, रतनी तो होए जड़ाओ, सब कुछ कर, पर मत देख फूलां वीसरे वांगू तू सारे काम काज करदे होया विचों सच दी गल नूं समझ लै, ताकि तृष्णा दा भार तेरे सिर ते ना पवे। तू लैपटॉप यूज़ कर, तू कार यूज़ कर, तू फोन यूज़ कर, पर तृष्णा दा भार तेरे सिर ते ना पवे। जे तृष्णा दा भार चढ़ गया ना, तैनूं लगेगा फलाना दिन चंगा, फलाना दिन भैड़ा है। तैनूं लगेगा फलानी रुत चंगी है, फलानी भैड़ी है। तृष्णा तैनूं तंग करेगी, तू कहेगा फलाने चेत फग्गण विआह नहीं करने चाहिए। चित तृष्णा ही तैनूं तंग करेगी कि किहड़े दिन चंगे होंदे ने। तृष्णा ही तैनूं मिडल मैन कोल कुंडली दिखवाएगी, तृष्णा ही तैनूं तांत्रिक कोल लै जाएगी, तृष्णा ही तैनूं घुमांदी फिरेगी। तृष्णा दा सिर ते भार चुकना पएगा। इस करके रब दी रज़ा विच रहना सिख। ते सब तो पहलां ये गल कर कि कदी अपना के देख अपने घर दे विच, कदे छुट्टी ते बाहर जा, ते बाहर छुट्टी ते जाके घड़ी, घड़ी दे विचों कैलेंडर, टैलीफोन दे विचों कैलेंडर अते वार भुल जा। ते कुछ दिन रहन तो बाद जे तू ये दस सके कि अज दा मौसम इंज है, इस करके अज सोमवार है, अज धुप इंज चढ़ी है, तो अज मंगलवार है, बुधवार है, या अज बदल चढ़े हुए ने, अज शुक्रवार है, शनिवार है, ता मन जाए कोई बंदा। तैनूं कोई इंसान नहीं दस सकेगा। ये सब कैलेंडर ईयर्स और डेट्स और दिन और वार और महीने और संग्रांद और मस्या और पूर्णमाशी, ये सारे मैन मेड बनाए हुए ने। रब दी रज़ा नूं समझ, ये सारा अज दा टॉपिक है। हुण असी अज दे शब्द नूं लैंदे हां। पहला असी तुखारी दे शब्द नूं गायन कीता, ते तुखारी महला पहला गुरु नानक साहब वल्लों 12 माह दी इस गुथली नूं खोल के समझण दा यतन करदे हां। माह जेठ पला, माह महीना, जेठ पला चंगा है, पर लफज ये वर्त के क्या, तेरा जीवन जेठ है और ये पला है, ते तू जुड़ना किहदे नाल है, रब दे नाल। जे रब दे नाल नहीं जुड़िया, तैनूं भला नहीं लगेगा। तैनूं तां ही सिखाया हुक्म रज़ाई चलना, नानक लिखिया नाल। रज़ा विच चलना सिखेगा तो तैनूं भला लगेगा। साध संगत जी इनू घर जाके ना सेंटेंस लिख लेना, जे मैं रज़ा विच हाँ गुरबाणी मुताबक, तो मैनूं सब कुछ भला और चंगा लग रहा है। जे मैं रज़ा च नहीं हाँ, तो मैनूं इंज लगेगा जिवें कि दुनिया दुखां दा घर है, ते कोई कुदरत दा कानून इस तरह फलाने तांत्रिक बाबे दे विचकार किसी नूं बिठा के, या कोई सो काड़ धार्मिक नूं बिठा के चेंज करावां, तू रज़ा नहीं मनदा। चेंज करावां ताकि मैनूं दुख ना आन, भुलेखा। ये रज़ा विच ना टुरना मीनस तैनूं मीत करे सोई हम माना, मीत के करतब कुशल समाना तैनूं पसंद नहीं है। तैनूं गुरबाणी नाल रज़ा विच टुरना सिखाया है।
ਜੇ ਤੂੰ ਰਜ਼ਾ 'ਚ ਨਹੀਂ ਟੁਰਦਾ ਤਾਂ ਤੂੰ ਕਹੇਗਾ ਇਹ ਦੁਨੀਆ ਦੁੱਖਾਂ ਦਾ ਘਰ ਹੈ, ਇੱਥੇ ਜੰਮੋ ਪੈਦਾ ਹੋਵੋ ਤਾਂ ਦੁੱਖ, ਮਰੋ ਤਾਂ ਦੁੱਖ, ਸਾਰਾ ਜੀਵਨ ਦੁੱਖ। ਇਸ ਕਰਕੇ ਰੱਬ ਜੀ ਮੁੜ ਕੇ ਇੱਥੇ ਜੰਮਣਾ ਨਾ ਪਵੇ, ਮੈਨੂੰ ਇੱਥੇ ਮੁੜ ਕੇ ਆਉਣਾ ਹੀ ਨਾ ਪਵੇ, ਮੇਰਾ ਆਵਾਗਮਨ ਕੱਟ ਦਿਓ। ਤੂੰ ਕਹੇਗਾ ਸਰੀਰਕ ਜੰਮਣਾ ਨਾ ਪਵੇ, ਰੱਬ ਜੀ ਤੁਹਾਡੇ ਕੋਲੋਂ ਗਲਤੀ ਹੋ ਗਈ ਹੈ। ਪਰ ਗੁਰੂ ਪਾਤਸ਼ਾਹ ਕਹਿਣਗੇ ਜੰਮਣ ਮਰਨਾ ਹੁਕਮ ਹੈ, ਭਾਣੈ ਆਵੇ ਜਾਏ। ਜਿਹੜੇ ਇਨਸਾਨਾਂ ਨੇ ਰੱਬ ਦੀ ਰਜ਼ਾ ਦੇ ਨਾਲ ਚੱਲਣਾ ਨਹੀਂ ਸਿੱਖਿਆ ਨਾ, ਉਹਨਾਂ ਨੇ ਕਹਿ ਦਿੱਤਾ ਇਹ ਦੁਨੀਆ ਦੁੱਖੋਂ ਕਾ ਘਰ ਹੈ। ਪਿਛਲੇ ਮਹੀਨੇ ਅਸੀਂ ਨਿਊਯਾਰਕ ਤੋਂ ਸ਼ਿਕਾਗੋ ਸੈਮੀਨਾਰ ਕਰਨ ਗਏ। ਸੈਮੀਨਾਰ ਤੋਂ ਬਾਅਦ ਇੱਕ ਭੈਣ ਜੀ ਮੇਰੇ ਖਿਆਲ 50-55 ਸਾਲ ਦੇ ਹੋਣੇ, ਮੈਨੂੰ ਕਹਿੰਦੇ ਅਸੀਂ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਹਾਂ, ਕੈਂਪ ਲਗਾਉਂਦੇ ਹਾਂ, ਪਰ ਇੱਕ ਗੱਲ ਸਾਨੂੰ ਸਮਝ ਨਹੀਂ ਆ ਰਹੀ। ਕੁਛ ਲੋਕੀ ਕਹਿੰਦੇ ਨੇ ਕਿ ਜਦੋਂ ਤੂੰ ਮਾਂ ਦੇ ਪੇਟ ਵਿੱਚ ਪੁੱਠਾ ਲਟਕਿਆ ਹੋਇਆ ਸੀ ਤਾਂ ਦੇਖ 9 ਮਹੀਨੇ ਸਜ਼ਾ ਭੋਗ ਰਿਹਾ ਸੀ, ਦੁੱਖ ਭੋਗ ਰਿਹਾ ਸੀ, ਤੇ ਤੂੰ ਪੁੱਠਾ ਲਟਕ ਕੇ ਕਹਿ ਰਿਹਾ ਸੀ ਰੱਬ ਜੀ ਇੱਕ ਵਾਰੀ ਇਸ ਪੇਟ ਚੋਂ ਉਦਰ ਚੋਂ ਕੱਢੋ ਤੇ ਮੈਂ ਬਾਹਰ ਜਾ ਕੇ ਤੁਹਾਡਾ ਨਾਂ ਲਵਾਂਗਾ। ਇਹ ਗੱਲ ਉਹ ਭੈਣ ਜੀ ਮੈਨੂੰ ਸੁਣਾ ਰਹੇ ਹਨ ਕਿ ਇਹ ਪ੍ਰਚਲਿਤ ਕੀਤਾ ਹੋਇਆ। ਇਹਦਾ ਮਤਲਬ ਸਾਨੂੰ ਪਹਿਲਾਂ ਫੀਅਰ, ਪਹਿਲਾਂ ਡਰ ਕ੍ਰੀਏਟ ਕੀਤਾ ਜਾਂਦਾ, ਫਿਰ ਉਸ ਦਾ ਸੋਲੂਸ਼ਨ ਦਿੱਤਾ ਜਾਂਦਾ ਤਾਂ ਕਿ ਡਰੇ ਰਹੋ ਔਰ ਡਰਦੇ ਰਹੋ ਤੇ ਸਾਡੇ ਮੁਤਾਬਕ ਚੱਲਦੇ ਰਹੋ। ਸਾਨੂੰ ਮੱਥਾ ਟੇਕ ਕੇ, ਸਾਨੂੰ ਪੈਸੇ ਦੇ ਕੇ, ਸਾਨੂੰ ਸੋਨਾ ਜੇਵਰ ਦੇ ਕੇ ਸਾਡੇ ਚਰਨੀ ਡਿੱਗੇ ਰਹੋ, ਰੱਬ ਜੀ ਦੀ ਰਜ਼ਾ 'ਚ ਨਾ ਰਹੋ। ਸੋ ਪਹਿਲਾਂ ਲੰਗੜਾ ਕੀਤਾ ਜਾਂਦਾ ਹੈ, ਫਿਰ ਵਿਸਾਖੀ ਦਿੱਤੀ ਜਾਂਦੀ ਹੈ, ਕ੍ਰੈਚਿਜ਼। ਸਾਨੂੰ ਲੇਮ ਕੀਤਾ ਜਾਂਦਾ, ਪਹਿਲਾਂ ਡਰਾਇਆ ਜਾਂਦਾ ਹੈ। ਪਰ ਗੁਰਬਾਣੀ ਦਾ ਪ੍ਰਿੰਸੀਪਲ ਕੀ, ਪੈ ਕਾਹੂ ਕੋ ਦੇਤ ਨੈ, ਕਿਸੇ ਨੂੰ ਨਾ ਡਰਾਓ। ਜੋ ਇਨਸਾਨ ਕਿਸੇ ਨੂੰ ਨਹੀਂ ਡਰਾਉਂਦਾ, ਨੈ ਭੈਮਾ ਨ ਤਾਨ, ਨਾ ਡਰਾਉਂਦਾ ਨਾ ਡਰਦਾ। ਗੁਰੂ ਸਾਹਿਬ ਕਹਿੰਦੇ ਨੇ ਕੌਣ ਨਾਨਕ ਸੁਣ ਰਹੇ ਮਨਾ ਗਿਆਨੀ ਤਾਏ ਵਖਾਨ। ਇਹ ਕਹਿਣਾ ਚਾਹੀਦਾ ਹੈ ਕਿ ਉਸ ਇਨਸਾਨ ਉੱਤੇ ਸੱਚ ਦੇ ਗਿਆਨ ਦੀ ਵਿਜ਼ਡਮ, ਸਤਿਗੁਰ ਦਾ ਤਤ ਗਿਆਨ ਵਾਪਰ ਗਿਆ ਹੈ, ਗਿਆਨ ਵਖਾਨ ਹੋ ਗਿਆ ਉਹਦੇ ਅੰਦਰ, ਅੰਤਰਾਤਮੇ ਵਿੱਚ ਜੋ ਅੰਦਰ ਹੈ ਸੀ। ਨਾਨਕ ਲਿਖਿਆ ਨਾਲ ਕੌਨਸ਼ੀਅੰਸ, ਸਾਡਾ ਅੰਤःਕਰਣ, ਸਾਡਾ ਅੰਤਰ ਆਤਮਾ। ਤੇ ਮੈਂ ਉਹ ਭੈਣ ਜੀ ਨੂੰ ਕਿਹਾ, ਭੈਣ ਜੀ ਮੇਰੇ ਨਾਲ ਮੇਰੇ ਵੀਰ ਡਾਕਟਰ ਜਤਿੰਦਰ ਸਿੰਘ ਜੀ ਆਏ ਹੋਏ ਨੇ, ਇਹਨਾਂ ਨੂੰ ਪੁੱਛ ਕੇ ਦੇਖੋ ਜਦੋਂ ਮਾਂ ਦੇ ਪੇਟ ਵਿੱਚ 9 ਮਹੀਨੇ ਬੱਚਾ ਪੁੱਠਾ ਲਟਕਿਆ ਰਹਿੰਦਾ ਹੈ, ਰੱਬੀ ਸਿਸਟਮ ਹੈ, ਇਹ ਕੋਈ ਗੜਬੜ ਨਹੀਂ ਹੈ, ਇਹ ਕੁਦਰਤ ਦਾ ਨਿਯਮ ਹੈ। ਡਾਕਟਰ ਦੱਸਦੇ ਨੇ ਕਿ ਜੇਕਰ ਬੱਚੇ ਦਾ ਸਿਰ ਥੱਲੇ ਨਾ ਹੋਵੇ, ਡਿਲੀਵਰੀ ਵਾਸਤੇ ਮੁਸ਼ਕਿਲ ਹੋ ਜਾਂਦੀ ਹੈ, ਉਹਨਾਂ ਨੂੰ ਉਹਦਾ ਸਿਜ਼ੇਰੀਅਨ ਆਪਰੇਸ਼ਨ ਕਰਨਾ ਪੈਂਦਾ ਹੈ। ਵਰਨਾ ਜੇਕਰ ਪੁੱਠਾ ਸਿਰ ਹੋਵੇ ਵੀ ਪਰ ਅਚਾਨਕ ਜੋ ਡਿੰਗਾ ਟੇਢਾ ਹੋ ਜਾਏ ਤਾਂ ਡਾਕਟਰ ਨੂੰ ਛੇਤੀ ਨਾਲ ਆਪਰੇਸ਼ਨ ਕਰਨਾ ਪੈਂਦਾ, ਵੀ ਨਿਯਮ ਵਿੱਚ ਗੜਬੜ ਹੋ ਗਈ ਹੈ। ਇਹਦਾ ਮਤਲਬ ਕੁਦਰਤ ਦੇ ਨਿਯਮ ਵਿੱਚ ਮਾਂ ਦੇ ਪੇਟ ਵਿੱਚ ਪੁੱਠਾ ਲਟਕਣਾ ਅੱਛੀ ਗੱਲ ਹੈ। ਉਹਨਾਂ ਨੇ ਕਿਹਾ ਤੁਹਾਡੀ ਗੱਲ ਮੈਡੀਕਲ ਸਾਇੰਸ ਮੁਤਾਬਕ ਤੇ ਮੇਰੇ ਮਨ ਨੂੰ ਲੱਗ ਗਈ, ਪਰ ਦੂਜੀ ਗੱਲ ਦੱਸੋ। ਕਹਿੰਦੇ ਨੇ ਅੰਦਰ ਮਾਂ ਦੇ ਉਦਰ ਵਿੱਚ ਬੜੀ ਤਪਸ਼ ਹੁੰਦੀ ਹੈ। ਮੈਂ ਉਹਨੂੰ ਕਿਹਾ ਇਹ ਵੀ ਕੁਦਰਤ ਦਾ ਨਿਯਮ ਹੈ। ਮਾਂ ਦੇ ਪੇਟ ਅੰਦਰ ਕਿਤਨੇ ਕਿਸਮਾਂ ਦਾ ਸਾਲਟ ਹੁੰਦਾ ਹੈ, ਕਿਤਨੀ ਉੱਥੇ ਟੈਂਪਰੇਚਰ ਹੁੰਦਾ ਹੈ, ਕਿਤਨਾ ਪਾਣੀ ਹੁੰਦਾ ਹੈ, ਕਿਸ ਤਰੀਕੇ ਦੇ ਨਾਲ ਕੀ ਕੁਛ ਹੁੰਦਾ ਮਾਂ ਦੇ ਪੇਟ ਦੇ ਅੰਦਰ ਜਿੱਥੇ ਬੱਚਾ ਬਣਦਾ ਹੈ, ਤਾਂ ਉਹ ਸਾਰਾ ਕੁਝ ਬੱਚੇ ਦੇ ਭਲੇ ਵਾਸਤੇ ਸਿਸਟਮ ਹੈ ਅੰਦਰ। ਜੇ ਉਹ ਸਿਸਟਮ ਗੜਬੜ ਹੋ ਜਾਏ, ਮਾਂ ਦਾ BP ਲੋ ਹੋ ਜਾਏ, ਤਪਸ਼ ਅੰਦਰ ਠੀਕ ਨਾ ਹੋਵੇ, ਮਾਂ ਦੀ ਥੈਲੀ ਠੀਕ ਨਾ ਹੋਵੇ, ਬੱਚਾ ਪੂਰਾ ਬਣਦਾ ਨਹੀਂ ਹੈ। ਬੱਚਾ ਜਦੋਂ ਬਾਹਰ ਆਉਂਦਾ ਜਾਂ ਬਿਮਾਰ ਹੁੰਦਾ ਜਾਂ ਮਰ ਜਾਂਦਾ ਜਾਂ ਮੈਂਟਲੀ ਰਿਟਾਰਡਿਡ ਹੁੰਦਾ ਹੈ। ਉਹ ਭੈਣ ਜੀ ਕਹਿੰਦੇ ਹਾਂ ਇਹ ਗੱਲ ਬਿਲਕੁਲ ਠੀਕ ਹੈ। ਤਾਂ ਮੈਂ ਬੇਨਤੀ ਕੀਤੀ ਕਿ ਜਿਹੜੇ ਲੋਕੀ ਇਹ ਕਹਿੰਦੇ ਹਨ ਉਹ ਗੁਰਬਾਣੀ ਦੇ ਲਫ਼ਜ਼ਾਂ ਨੂੰ ਪੜ੍ਹਨ ਤੋਂ ਬਾਅਦ
ਭਾਵ ਅਰਥ ਨਹੀਂ ਸਮਝਦੇ ਹਨ, ਇਸ ਕਰਕੇ ਐਸੀਆਂ ਗੱਲਾਂ ਕਰਦੇ ਨੇ। ਪਰ ਜਦੋਂ ਅਸੀਂ ਬਾਣੀ ਨੂੰ ਉਚਾਰ ਕੇ ਵੇਖੀਏ ਤਾਂ ਪਤਾ ਲੱਗਦਾ ਗੁਰੂ ਸਾਹਿਬ ਸਾਡਾ ਮਾਈਂਡ ਵਿਕਸਿਤ ਕਰਨ ਵਾਸਤੇ, ਸਾਨੂੰ ਬ੍ਰੌਟਅਪ ਕਰਨ ਵਾਸਤੇ, ਜਿਵੇਂ ਨਿੱਕੇ ਬੱਚੇ ਨੂੰ ਇਆਣੇ ਤੋਂ ਸਿਆਣਾ ਕਰਨ ਵਾਸਤੇ। ਮੇਰੇ ਰਾਮ ਹੰਬਾਰਕ ਹੈ ਹਰ ਪ੍ਰਭ ਕੇ ਇਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਸਿਆਣੇ ਕਰਨ ਵਾਸਤੇ ਗੁਰੂ ਪਾਤਸ਼ਾਹ ਸਾਨੂੰ ਚੁੱਕਦੇ ਨੇ। ਜਿਸ ਤਰ੍ਹਾਂ ਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੈ, ਸੋ ਕਿਉ ਮਨੋ ਵਿਸਾਰੀਐ। ਮਨੋ ਕਿਉਂ ਵਿਸਾਰੀਆ ਏਵੜ ਦਾਤਾ, ਜੇ ਅਗਨ ਮੈਂ ਅੰਦਰ ਜੋ ਸਿਸਟਮ ਦਾ ਟੈਂਪਰੇਚਰ ਹੈ ਆਹਾਰ ਪਹੁੰਚਾਵੇ। ਹੁਣ ਗੁਰੂ ਪਾਤਸ਼ਾਹ ਸਾਰੀ ਜਿਹੜੀ ਗੱਲ ਕਰ ਰਹੇ ਨੇ ਨਾ, ਅਗਲੀ ਪੌੜੀ ਤੇ ਚੜ੍ਹਾਉਣ ਵਾਸਤੇ ਕਰ ਰਹੇ ਨੇ, ਸਾਨੂੰ ਇਆਣੇ ਤੋਂ ਸਿਆਣਾ ਕਰਨ ਵਾਸਤੇ। ਕਿਉਂਕਿ ਅਸੀਂ ਉਹਨੇ ਸਿਰਫ ਮਾਂ ਦੇ ਪੇਟ ਦੇ ਵਿੱਚ ਬੱਚੇ ਦੀ ਗੱਲ ਸਮਝਦੇ ਹਾਂ। ਇਹ ਗੱਲ ਕਰਕੇ ਮਾਤਾ ਕੇ ਉਦਰ ਮੈਂ ਜੈਸੀ ਅਗਨ ਉਦਰਮੈ ਵਾਲੀ ਗੱਲ ਅਗਲੀ ਪੌੜੀ ਵਿੱਚ ਸਮਝਾਉਂਦੇ ਨੇ। माता के उदर में प्रतिपाल करे, सो के मनो विसारिया, मनो के विसारिया एवड़ दाता, जे अगन में आहार पहुँचावे, उसनो के पो ना सकी, जिसनो आपनी लिव लावे, आपनी लिव आपे लाए। गुरुमुख से संभालिए कह नानक एवड़ दाता, सो के मनो विसारिया। उन्हें सारी गल करके ना अपने गोल तक, अपने डेस्टिनेशन तक पहुँचाना चाहते हैं। जिवें माँ बच्चे नूं कह रही है फास्ट बॉल की तरह जाइयो और लेके आइयो, मकसद है जल्दी ले आई, वो जल्दी वाले मकसद तक पहुँचाते हैं। कहते हैं जैसी अगन उदर में, जिस तरह माँ के पेट च अग्नि है ना, वो तैनू साड़ती नहीं है, तैनू बनाने वास्ते, तैनू ठीक ढंग दे नाल जिस तरह तपाया जाता है इट नू पकाण वास्ते आवे विच, किल्न विच, भट्ठी विच, इस तरह माँ के पेट विच जिस तरह वो अगन है ना, इस तरह दुनिया विच अगन है। जैसी अगन उदर में तैसी बाहर माया। ਇਹਦਾ ਮਤਲਬ ਜਿਹੜੀ ਮਾਇਆ ਜਿਸਨੂੰ ਅਸੀਂ ਕਹਿ ਕਹਿ ਕੇ ਨਿੰਦਦੇ ਜਾ ਰਹੇ ਹਾਂ, ਨਿੰਦਦੇ ਜਾ ਰਹੇ ਹਾਂ, ਭੈੜਾ ਕਹੀ ਜਾ ਰਹੇ ਹਾਂ, ਮਾਇਆ ਭੈੜੀ, ਮਾਇਆ ਭੈੜੀ, ਮਾਇਆ ਭੈੜੀ। ਸਰਪਨੀ ਸਰਪਨੀ ਕਿਆ ਕਹੋ ਭਾਈ, ਜਿਨ ਸਾਚ ਪਛਾਣਾ ਤਿਨ ਸਰਪਨੀ ਖਾਈ। ਇਹਨੂੰ ਮਾਇਆ ਕਹਿ ਕੇ, ਭੈੜਾ ਭੈੜਾ ਕਹਿ ਕੇ ਇਹਨੂੰ ਛੱਡੋ, ਤਿਆਗੋ, ਫੱਕੜ ਰਿਨਾਊਂਸਿੰਗ ਵਾਲੀ ਗੇਮ ਵਿੱਚ ਨਾ ਪਵੋ। ਇਹ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜਿਸ ਤਰ੍ਹਾਂ ਮਾਂ ਦੇ ਪੇਟ ਵਿੱਚ ਅਗਨ ਹੈ ਉਹ ਤੈਨੂੰ ਬਣਾਉਂਦੀ ਹੈ, ਇਸ ਤਰ੍ਹਾਂ ਬਾਹਰ ਜਿਹੜੀ ਮਾਇਆ ਇਹ ਤੈਨੂੰ ਬਣਾਉਣ ਵਾਸਤੇ ਹੈ, ਤੈਨੂੰ ਐਲੀਵੇਟ ਕਰਨ ਵਾਸਤੇ ਹੈ, ਤੇਰਾ ਜੀਵਨ ਉੱਚਿਆਂ ਕਰਨ ਵਾਸਤੇ, ਤੇਰਾ ਇੱਕ ਆਤਮਿਕ ਜੀਵਨ ਤਪਾ ਕੇ ਭੱਠੀ ਦੇ ਅੰਦਰ ਇਸ ਜੀਵਨ ਦੇ ਵਿੱਚ। ਇਹਦਾ ਮਤਲਬ ਇੱਥੇ ਜਿਹੜੇ ਸੁੱਖ ਦੁੱਖ ਆਉਣਗੇ, ਜੋ ਕੁਝ ਵਾਪਰੇਗਾ, ਉਹਦੇ ਵਾਸਤੇ ਤੇਰੇ ਕੋਲ ਉਸਨੂੰ ਕਿ ਪੋ ਨਾ ਸਕੀ, ਜਿਸ ਨੂੰ ਆਪਣੀ ਲਈ ਲਾਵੇ, ਤਾਂ ਜਿਸ ਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ, ਉਸ ਨੂੰ ਇਹ ਸਾਰਾ ਕੁਝ ਬੌਦਰ ਨਹੀਂ ਕਰਦਾ ਹੈ। ਸਾਰਾ ਕੁਝ ਕੀ ਹੈ? ਤ੍ਰਿਸ਼ਨਾ। ਤ੍ਰਿਸ਼ਨਾ ਦਾ ਭਾਰ ਸਿਰ ਤੋਂ ਲੱਥ ਗਿਆ। ਉਹ ਇਸ ਜ਼ਿੰਦਗੀ ਵਿੱਚ ਜੀਂਦਾ ਹੈ, ਪਰ ਇਹ ਸਾਰੀ ਅਗਨ ਮਾਇਆ ਜਿਹੜੀ ਵੀ ਹੈ, ਜਿਸ ਨੂੰ ਨਿੰਦਿਆ ਜਾ ਰਿਹਾ, ਇਸ ਨੂੰ ਵਰਤਦਾ ਹੈ, ਪਰ ਅੱਖਾਂ ਖੋਲ ਕੇ ਸੱਚ ਦੇ ਗਿਆਨ ਦੀ ਵਿਵੇਕ ਬੁੱਧੀ ਲੈ ਕੇ। ਹੁਣ ਕਹਿੰਦੇ ਨੇ ਜੇਠ ਵੱਡਾ ਹੈ ਤੇ ਜੇਠ ਦੇ ਮਹੀਨੇ ਵਿੱਚ ਤੁਸੀਂ ਦੇਖਦੇ ਹੋ ਲੂ ਚੱਲਦੀ ਹੈ। ਜੇਠ ਅਤੇ ਹਾੜ, ਆਸਾੜ ਜਿਸ ਨੂੰ ਕਹਿੰਦੇ ਨੇ ਹਾੜ, ਇਹ 2 ਮਹੀਨਿਆਂ ਵਿੱਚ ਲੂ ਚੱਲਦੀ ਹੈ। ਇਸ ਲੂ ਚੱਲਣ ਦੇ ਨਾਲ ਕੀ ਹੁੰਦਾ ਹੈ? ਧਰਤੀ ਗਰਮ ਹੋ ਜਾਂਦੀ ਹੈ, ਹਵਾ ਗਰਮ ਆਉਂਦੀ ਹੈ, ਸਮੁੰਦਰ, ਨਦੀਆਂ, ਰਿਵਰ, ਸਾਰੇ ਜਲ ਥਲ, ਪੌਂਡ, ਛੱਪੜ, ਝੀਲਾਂ, ਸਭ ਕੁਝ ਗਰਮ ਹੁੰਦਾ ਹੈ। ਸਾਡੀ ਬਾਡੀ ਤੋਂ ਵੀ ਪਾਣੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ, ਪਾਣੀ ਖੁਸ਼ਕ ਹੁੰਦਾ ਸ਼ੁਰੂ ਹੋ ਜਾਂਦਾ ਹੈ। ਗਰਮੀ ਦੇ ਕਾਰਨ ਸਮੁੰਦਰ, ਨਦੀਆਂ, ਤਲਾਬ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਸਾਰੀ ਖੁਸ਼ਕੀ ਹੋ ਜਾਂਦੀ ਹੈ। ਤਪਸ਼, ਉਹਦੇ 'ਚੋਂ ਖੁਸ਼ਕੀ ਪਾਣੀ ਨੂੰ ਸੋਖਦੀ ਜਾ ਰਹੀ ਹੈ। ਪਾਣੀ ਕੀ ਹੈ? ਸੰਤੋਖ। ਪਵਨ ਗੁਰੂ ਪਾਣੀ ਪਿਤਾ, ਪਿਤਾ ਕੀ ਹੈ? ਸੰਤੋਖ। ਮਾਤਾ ਮਤ ਪਿਤਾ ਸੰਤੋਖ। ਪਾਣੀ ਸੰਤੋਖ ਹੈ, ਪਰ ਜੇ ਤੂੰ ਤੇਰਾ ਪਾਣੀ ਸੰਤੋਖ ਸੁੱਕ ਗਿਆ ਤਾਂ ਤੈਨੂੰ ਕੀ ਸਤਾਏਗਾ? ਤ੍ਰਿਸ਼ਨਾ। ਇਹਦਾ ਮਤਲਬ ਅੱਜ ਦੇ ਇਸ ਸ਼ਬਦ ਦਾ ਟੌਪਿਕ ਹੈ ਮਨੁੱਖ ਨੂੰ ਤ੍ਰਿਸ਼ਨਾ ਤੋਂ ਕਿਵੇਂ ਛੁਡਾਇਆ ਜਾਏ। ਤ੍ਰਿਸ਼ਨਾ ਦੇ ਜਲ ਤੋਂ, ਸੱਚ ਦੇ ਗਿਆਨ ਦਾ, ਸੰਤੋਖ ਦਾ ਜਲ ਜੇ ਸੁੱਕ ਗਿਆ, ਤ੍ਰਿਸ਼ਨਾ ਦੇ ਜਲ ਦਾ ਹੜ ਆ ਜਾਏਗਾ। ਮਾਧੋ ਜਲ ਕੀ ਪਿਆਸ ਨਾ ਜਾਏ। जल में प्यास उठी अधिकाय होर बढ़ जाएगी। गुरु माई माया छल, तृण की अगन, मेघ की छाया, गोविंद भजन बिन हड़ का जल आ जाएगा।
फ्लड आ जाएगा तृष्णा दे जल दा जे तेरे अंदरों पानी सुक गया। हुण ये सारा जो कुछ सीन धरती ते वापरदा ना सृष्टि विच, ये अपने ते टुकाया। कहंदे न माह जेठ पला, ये जीवन जेठ पला है, फिर ये विच रब जी नूं क्यों विसारिया जाए? नहीं विसारना चाहिए। थल तापै सर भार, थल थल कहते ने धरती, सर सरोवर पानी दे सब जगह, पर भार भार लफज नूं पढ़न सार समझ आई कि ये बारले धरती बारले सरोवर समुंदर जलां थलां दी गल नहीं चल रही, ये मेरे मन रूपी धरती दे थल दी गल चल रही है, जिसनों जल थल मईयल बाणी च कहते हैं। ये बाहरले जल थल मईयल नहीं, इस शरीर अंतरात्मा मन दी धरती सुमत जल थल महीयल गगन। गुरु पातशाह कहते हैं थल मतलब मन रूपी धरती, थल्लां दा तपना पानी खुश्क होके तलावां दा सुक जाना, सर सर मतलब है ऑर्गनस साडे बॉडी दे इंद्रे ज्ञान इंद्रे, भार है मुसीबत, मुसीबत पै गई कि यह सारे इंद्रे ज्ञान इंद्रे अपनी तृष्णा का भार सानू चुकाई रखते हैं। मैनू समझ नहीं है, मेरा मन है, मन जानत सब बात जानत ही अवगुण करे, काहे की कुशलात, कुशलात की होंदा कुशल, कुशल से हो ना, ठीक हो ना, कहते काहे की कुशलात, कैसे ठीक हो सकता है, कैसे तेरे को चैन आ सकता है, कैसे तू टेंशन फ्री हो सकता है? नहीं हो सकता। क्यों नहीं हो सकता? कहते क्योंकि काहे की कुशलात हाथ दी कुएं पर है, तेरे हाथ उत्ते दीवा दिता गया, तेनू समझाया गया, तेरे हिरदे विच चानण कीता होया, पर तू मन दे मैल दे कारण हनेरा कीता होया। कैसे सुख हो सकता? काहे की कुशलात, व्यंग दे ढंग नाल पूछ रहे हैं, किवें हो सकता सुखी? सारे मनुखों को गुरु नानक साहब 12 माह का जेठ वाला शब्द सुना के ना सुखी करना चाहते हैं। हुण असी इस तो अगे जो टुरदे हाँ तो पता लगता है कि सिर पार सिर परने सर पार सर पर, ये सारे जिहड़े लफज वरते गए ने, ए वे सिर ते तृष्णा दी पंड चुक के फिरते रहना। लोग अवगुणा की बनना गंठड़ी, अवगुणा की गंठड़ी भरी रखनी। अवगुण कदों आएंगे? जदों तृष्णा है, जदों डिसकंटेंटमेंट है, डिससैटिस्फैक्शन है, संतोख नहीं है, अवगुण आएंगे। अज के बच्चे नूं टॉलरेंस लैवल नहीं है ना, पेशेंस बिल्कुल नहीं है ना। अच्छा ना मम्मी, अच्छा चुप ही करो ना, क्या है चुप प्लीज़, मैं बोर हो गई तुम्हारी बातें सुन के। अज दा बच्चे इंज गल कर, फ्रस्ट्रेशन है, निक्की जी गल माँ प्यो की नहीं बर्दाश्त होती। दोस्त यार है क्या हाल है, ठीक है ना, पर घर माँ प्यो दुश्मन, गुरु की गल पाउंदी ही नहीं। दोस्तां यारां नाल फिल्म दी और हीरो हीरोइन की गल घंटियां बद्धी करा लो, ड्रैस की फैशन की गल घंटियां बद्धी करा लो, पर माँ प्यो निक्की जी बेटा पाठ भी कर लो, अच्छा ना मम्मी मेरा नहीं दिल करता, मेरे को आगे से मत बोलना। पेशेंस नहीं है, टॉलरेंस लेवल नहीं है, तक ही होएगा, तृष्णा सताएगी, अवगुण सतानगे, सिर ते भार बन लिया। कबीर बेड़ा जरजरा फूटे 6000 हरुए हरुए तिर गए, डूबे जिन सिर भार, जेड़े सिर ते भार बन लेंदे ने, तृष्णा दी पंड बन लेंदे ने, डूब जाते हैं अपने जीवन विच मन करके आत्मक तौर पर। तो लोग डिप्रैशन ही चले जाते हैं, लोग सुसाइड करते हैं, लोग एक दूजे को मारते हैं, तो लोग घर वालों नाल बिगाड़ लेंदे ने, आस्ता आस्ता लोग तलाक देने शुरू कर देंगे ने, क्योंकि डिससैटिस्फैक्शन है ना। फोन बदल लिया, कार बदल ली, आस्ता आस्ता वोटी बदल ली, डिससैटिस्फैक्शन है ना। पति बदल लिया, कुर्सी बदल ली, फर्नीचर बदल लिया, मकान बदल लिया, कपड़े बदल ले, तृष्णा है, तृष्णा का पार लै लिया ना, डुब गए। हुण कहंदे ने थल तापै सर भार, मेरा हिरदा तपदा पिया, क्यों? मेरा मन तृष्णालु हो गया, जितना तृष्णालु हो गया उतना ज़्यादा गर्म हो रहा है।
ਤੁਸੀਂ ਕਦੀ ਨੋਟਿਸ ਕਰਨਾ ਆਪ ਇਹ ਗੱਲ ਅਸੀਂ ਰੋਜ਼ ਪ੍ਰੌਡਾਵਾਦੀ ਢੰਗ ਦੇ ਨਾਲ ਆਪਣੇ ਘਰਾਂ ਵਿੱਚ ਯੂਜ਼ ਕਰਦੇ ਹਾਂ। ਪ੍ਰਾਪਰਟੀ ਦੀ ਤਾਂ ਗੱਲ ਨਾ ਕਰੋ, ਫਲਾਣੀ ਜਗ੍ਹਾ ਅੱਗ ਲੱਗੀ ਹੋਈ ਹੈ, ਅੱਗ ਥੋੜ੍ਹਾ ਨਾ ਲੱਗੀ ਹੁੰਦੀ ਹੈ। ਲੈ ਕੱਪੜੇ ਮਹਿੰਗਾਈ ਦੀ ਗੱਲ, ਮਾਈ ਗੋਡ ਅੱਗ ਲੱਗੀ ਹੋਈ ਹੈ। ਉਹ ਅੱਜ ਕੱਲ੍ਹ ਦੁੱਧ ਇੰਨਾ ਮਹਿੰਗਾ ਹੋ ਗਿਆ ਜੀ, ਅੱਗ ਲੱਗੀ, ਗਰੀਬ ਕੀ ਕਿੱਥੋਂ ਖਾਏਗਾ। ਗੱਲ ਤੇ ਅਸੀਂ ਕਹਿੰਦੇ ਅੱਗ ਲੱਗੀ ਹੋਈ ਹੈ। ਸਟਾਕ ਮਾਰਕੀਟ ਦੀ ਗੱਲ ਨਾ ਕਰੋ, ਅੱਗ ਲੱਗੀ ਹੋਈ ਹੈ। ਇਹਦੀ ਗੱਲ ਨਾ ਕਰੋ, ਅੱਗ ਲੱਗੀ ਹੋਈ ਹੈ। ਫੈਸ਼ਨ ਦੀ ਅੱਗ ਲੱਗੀ, ਸੋਨੇ ਦੀ ਜੀ ਅੱਗ ਲੱਗੀ ਹੋਈ ਹੈ। ਹਰ ਗੱਲ ਨੂੰ ਇਹੀ ਕਹਿੰਦੇ ਨਾ ਅੱਗ ਲੱਗੀ ਹੋਈ ਹੈ। ਅੱਗ ਲੱਗੀ ਮੀਨਸ ਕੀ ਹੈ? ਮਨ ਫ੍ਰਿਕਸ਼ਨ ਵਿੱਚ ਆ ਗਿਆ, ਛੇਤੀ ਨਾਲ ਇਸ ਨੂੰ ਗਰਮੀ ਚੜ੍ਹ ਜਾਂਦੀ ਹੈ। ਤਾਂ ਇਹ ਮਨ ਹੁਣ ਤੈਨੂੰ ਸੁਖੀ ਨਹੀਂ ਹੋਣ ਦੇਗਾ। ਸਿਰ ਤੇ ਭਾਰ ਹੋ ਗਿਆ, ਥਲ ਮਨ ਮੇਰਾ ਹਿਰਦਾ, ਜਿਸ ਦੇ ਮੈਂ ਥੱਲੇ ਸਤਿਗੁਰ ਦੀ ਮੱਤ ਦੇ ਕੇ ਇਹਨੂੰ ਛਾਤੀ ਸ਼ੀਤਲ ਮਨ ਸੁਖੀ ਕਰਨਾ ਸੀ। ਇਹ ਤਾਂ ਤਪਦਾ ਪਿਆ, ਜਿਉ ਤਪਤਾ ਬਾਰੋਂ-ਬਾਰ, ਤਪ ਖਪੇ, ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ। ਇਹ ਤਨ ਕੀ ਹੈ? ਸਰੀਰ ਨੂੰ ਨਹੀਂ ਕਹਿ ਰਹੇ ਨੇ। ਤਨ ਜਿਹੜਾ ਤੇਰਾ ਅੰਤਰ ਆਤਮੇ ਵਿੱਚ ਬਾਣੀ ਸੀ, ਉਹ ਜੇ ਤੈਨੂੰ ਵਿਸਰ ਜਾਏ, ਜੇ ਤੂੰ ਮਨ ਦੇ ਥੱਲੇ ਉਹਦਾ ਆਧਾਰ ਨਾ ਬਣਾਏ, ਜੈ ਤਨ ਬਾਣੀ ਵਿਸਰ ਜਾਏ, ਪ੍ਰੋਬਲਮ ਕੀ ਹੋਏਗੀ? ਜੋ ਪੱਕਾ ਰੋਗੀ ਵਿਲ ਲਾਏ, ਤੂੰ ਵਿਲ ਲਾਂਦਾ ਰਹੇਗਾ, ਕਲਪਦਾ ਰਹੇਗਾ, ਦੁਖੀ ਰਹੇਗਾ, ਤੇਰੀ ਬੋਲੀ ਖਰਾਬ ਹੋ ਜਾਏਗੀ, ਫਰਸਟ੍ਰੇਟਿਡ, ਫਿਊਰੀਅਸ, ਐਜੀਟੇਟਿਡ ਹੋਇਆ ਕਰੇਗਾ, ਕੌੜੇ ਛਿੱਥੇ ਬੋਲ ਬੋਲਿਆ ਕਰੇਗਾ, ਮਿੱਠਾ ਬੋਲ ਚਲਾ ਜਾਏਗਾ ਤੇਰੇ ਕੋਲ। ਗੁਣ ਲਿਆ ਕਰ, ਸਾਧਨ ਬਿਨੋ ਕਰੈ ਸਾ ਧਨ। ਜਿਸ ਇਸਤਰੀ, ਜੀਵ ਰੂਪੀ ਇਸਤਰੀ, ਹਿਊਮਨ ਬੀਇੰਗ, ਇਨਸਾਨ ਦਾ, ਉਸ ਨੂੰ ਸਾ ਧਨ ਕਿਹਾ। ਧਨ ਇਸਤਰੀ ਵਾਚਕ ਸ਼ਬਦ ਹੈ। ਉਹ ਬੇਨਤੀ ਕਰਦੀ ਹੈ ਕਿ ਧਨ ਬਿਨੋ ਕਰੇਂਦੀ ਗੁਣ ਸਾਰੇਂਦੀ। ਜੋ ਇਨਸਾਨ ਇਹ ਬੇਨਤੀ ਕਰਦਾ ਵੀ ਮੇਰਾ ਮਨ ਤਪ ਰਿਹਾ, ਮੈਨੂੰ ਚੈਨ ਚਾਹੀਦਾ, ਉਹ ਤਾਂ ਆ ਕੇ ਕਹੇਗਾ ਮੈਨੂੰ ਚੈਨ ਚਾਹੀਦਾ, ਸੁਮਤ ਬਖਸ਼ੋ, ਸੰਤੋਖ ਬਖਸ਼ੋ। ਉਹਦੀ ਅਰਦਾਸ ਕਿਸ ਤਰ੍ਹਾਂ ਹੋਏਗੀ? ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਪਰ ਜਿਹੜਾ ਆਪਣੇ ਮਨ ਦੀ ਦਸ਼ਾ ਨਹੀਂ ਨਾ ਦੇਖ ਰਿਹਾ, ਉਹ ਆ ਕੇ ਕਹੇਗਾ ਮੇਰਾ ਕਚਹਿਰੀ ਦਾ ਕੇਸ ਜਿਤਾ ਦਿਓ, ਧੀ ਦਾ ਰਿਸ਼ਤਾ ਲੈ ਦਿਓ, ਮਕਾਨ ਦਾ ਸੀਮਟ ਲੈ ਦਿਓ, ਲੋਨ ਲੈ ਦਿਓ, ਨੌਕਰੀ ਲੈ ਦਿਓ, ਘਰ ਪੁੱਤਰ ਕਰਾ ਦਿਓ, ਪੋਤਰਾ ਕਰਾ ਦਿਓ। ਉਹ ਆਪਣੇ ਵਾਸਤੇ ਹੋਰ ਦੁੱਖ ਖਰੀਦਣ ਆ ਜਾਏਗਾ। ਸਤਿਗੁਰ ਅੱਗੇ ਟੈ ਪਾਓ, ਕਿਸ ਵਾਸਤੇ? ਸਤਿਗੁਰ ਦੀ ਮੱਤ ਮੰਗ ਲੈ, ਕਿਉਂਕਿ ਮੇਰਾ ਮਨ ਤਪ ਰਿਹਾ ਹੈ। ਜੈ ਤਨ ਬਾਣੀ ਵਿਸਰ ਜਾਏ, ਪੱਕਾ ਰੋਗੀ ਵੀ ਲਾਏ ਵਾਲਾ ਆ ਕੇ ਕਹੇਗਾ ਇੰਨੇ ਪੈਸੇ ਚਾੜਾਂਗਾ, ਇਹ ਚੀਜ਼ ਕਰਾਵਾਂਗਾ, ਇਹ ਹਾਰ ਚਾੜਾਂਗਾ, ਇੰਝ ਰੁਮਾਲਾ ਚਾੜਾਂਗਾ, ਇੰਝ ਪ੍ਰਸ਼ਾਦ ਕਰਾਂਗਾ, ਇੰਝ ਚੌਰ ਕਰਾਂਗਾ, ਪਰ ਤੁਸੀਂ ਮੇਰੀ ਮਨ ਦੀ ਮੁਰਾਦ ਪੂਰੀ ਕਰੋ। ਮਨ ਮੈਨੂੰ ਹੋਰ ਤਪਾ ਦੇਗਾ, ਮੈਂ ਹੋਰ ਦੁਖੀ ਹੋ ਜਾਵਾਂਗਾ। ਮੈਨੂੰ ਇਹ ਪਤਾ ਨਹੀਂ ਹੈ ਕਿ ਤੁਹਾਨੂੰ ਆ ਕੇ ਚੌਰ ਕਿਉਂ ਕਰੀਦਾ, ਉਹ ਮਕਸਦ ਨਹੀਂ ਸਮਝ। ਤੁਹਾਨੂੰ ਆ ਕੇ ਰੁਮਾਲਾ ਕਿਉਂ ਚੜਾਈਦਾ, ਇਹ ਮਕਸਦ ਨਹੀਂ ਸਮਝ ਮੈਨੂੰ ਤੁਹਾਡੀ ਬਾਣੀ ਮੁਤਾਬਕ। ਮੈਂ ਸੋਚਿਆ ਇਹ ਸਭ ਕੁਝ ਕਰਕੇ ਆਪਣੀ ਮਨ ਦੀ ਮੰਗ ਬਣਵਾ ਲਈਦਾ, ਪਰ ਮਨ ਤਪਦਾ ਰਹੇਗਾ। ਧਨ ਬਿਨੋ ਕਰੇਂਦੀ ਗੁਣ ਸਾਰੇਂਦੀ। ਸਮਝ ਆ ਗਈ ਕਿ ਜੋ ਬੇਨਤੀ ਕਰਦਾ ਹੈ, ਸੱਚ ਲੈਣਾ ਚਾਹੁੰਦਾ ਹੈ, ਉਹਨੂੰ ਸਮਝ ਆ ਗਈ ਆਪਣੀ ਬਿਮਾਰੀ। ਉਹਨੂੰ ਇਹ ਸਮਝ ਆ ਗਿਆ ਕਿ ਰੱਬ ਦੇ ਗੁਣ ਹੀ ਸਾਰ ਹਨ, ਇਹਨਾਂ ਨੂੰ ਸੰਭਾਲ ਲਵੋ। ਗੁਣ ਸਾਰੇਂਦੀ, ਰੱਬੀ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਸਮਝਣਾ ਅਤੇ ਉਸ ਦੇ ਉੱਤੇ ਮਿਹਨਤ ਕਰਕੇ ਆਪਣਾ ਸੁਭਾਅ ਪਕਾਉਣਾ। ਸ਼ਰਾਫਤ ਛੋੜਦੀ ਮੈਨੇ, ਇਹਦਾ ਮਤਲਬ ਸੁਭਾਅ ਨਹੀਂ ਪਕਾਇਆ ਜੀ। ਮੈਂ ਜਿੰਨਾ ਸ਼ਰਾਫਤ ਨਾਲ ਰਹਿੰਦੀ ਹਾਂ, ਉਹਨਾਂ ਲੋਕੀ ਮੈਨੂੰ ਸਤਾਉਂਦੇ ਨੇ। ਮੈਂ ਜਿੰਨਾ ਮਿੱਠਾ ਬੋਲਦੀ ਹਾਂ, ਉਹਨੇ ਮੇਰੀ ਸੱਸ ਸਿਰ 'ਤੇ ਚੜ੍ਹ ਜਾਂਦੀ ਹੈ। ਕੋਈ ਸੱਸ ਕਹਿੰਦੀ ਮੇਰੀ ਨੂੰਹ ਅੱਗੇ ਹੋ ਕੇ ਚਾਰ ਗੱਲਾਂ ਹੋਰ ਸੁਣਾਉਂਦੀ ਹੈ, ਇਸ ਕਰਕੇ ਮੈਂ ਵੀ ਉਹਨੂੰ ਤੂੰ ਤੜੀਕ ਕਰਨਾ ਸ਼ੁਰੂ ਕਰ ਦਿੱਤਾ। ਗੁਣ ਛੋੜ ਦਿੱਤੇ, ਸੁਭਾਅ ਪਕਾਇਆ ਨਹੀਂ। ਬੱਚੇ ਮਾਂ ਪਿਓ ਨਾਲ ਅਤੇ ਲੋਕਾਂ ਨਾਲ ਅਸੀਂ ਸਾਰਿਆਂ ਨਾਲ ਇੰਝ ਹੀ ਗੱਲਾਂ ਕਰਦੇ ਹਾਂ, ਰੱਬੀ ਗੁਣ ਪਕਾਇਆ ਨਹੀਂ, ਸਮਝਿਆ ਨਹੀਂ ਕਿ ਇਹ ਸਾਰ ਹੈ। ਧਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾ। ਪ੍ਰਭੂ ਨੂੰ ਪਾਉਂਦਾ ਹੈ ਕਿ ਰੱਬੀ ਗੁਣ। ਪ੍ਰਭ ਭਾਵਾ, ਪ੍ਰਭ ਸਮਝ ਆ ਗਿਆ, ਪ੍ਰਭੂ ਪਸੰਦ ਆ ਗਿਆ। ਅਸੀਂ ਪਿੱਛੇ ਇੱਕ ਵਾਰੀ ਇਹ ਸ਼ਬਦ ਸਮਝਿਆ ਸੀ, ਇਸ ਨੂੰ ਦੁਬਾਰਾ ਜ਼ਰਾ ਅੱਜ ਐਕਸਰਸਾਈਜ਼ ਕਰਦੇ ਹਾਂ, ਕਿਉਂਕਿ ਫਿਰ ਲੜੀ ਵਿੱਚ ਆ ਗਿਆ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ।
ਇਹਦਾ ਮਤਲਬ ਰੱਬ ਜੀ ਡਿਸਕ੍ਰਿਮੀਨੇਸ਼ਨ ਕਰਦੇ ਨੇ, ਵਿਤਕਰਾ ਕਰਦੇ ਨੇ ਵੀ ਰੱਬ ਜੀ ਨੂੰ ਜੋ ਬੰਦਾ ਪਸੰਦ ਹੈ ਉਹਨੂੰ ਦਿੰਦੇ ਨੇ। ਤਾਂ ਹੀ ਤੇ ਬ੍ਰਹਮ ਗਿਆਨੀ ਔਰ 100 ਕਾਰਡ ਵਿਚੋਲੇ ਔਰ 100 ਕਾਰਡ ਗੁਰੂ ਦੇ ਧਾਰੀ ਬਣ ਕੇ ਬੈਠ ਜਾਂਦੇ ਨੇ ਬਈ ਇਹਨਾਂ ਨੂੰ ਰੱਬ ਜੀ ਨੇ ਬਖਸ਼ਿਸ਼ ਕੀਤੀ ਹੋਈ ਹੈ, ਜਿਸ ਭਾਵ ਹੈ ਉਸਕੋ ਦੇ ਦੇਤੇ हैं। ਪਰ ਇੰਜ ਨਹੀਂ ਹੈ ਇਹਦੇ ਅਰਥ। ਇਹਦੇ ਅਰਥ ਨੇ ਦਾਤੇ ਦਾਤ ਰੱਖੀ ਹੱਥ ਆਪਣੇ, ਰੱਬ जी ने अपने ज्ञान गुर ਨੂੰ इस तरह खिलार के रखा है। जिस भाव है जिस इंसान को पसंद आती है, जिसको ये प्रोडक्ट वस्तु पसंद है, उसको दे देते हैं। जो नहीं लेना चाहता तप खपे बहुत बेकार, वो बिल लाते रहते हैं। उन्होंने ही के नेड़ा के दूर विच दूर कहते हैं ना, उन्होंने ही रब तो विछड़े कहते हैं ना। किरत कर्म के विछड़े 12 माह का टॉपिक है ना, वही विछड़े होंगे ने जे सच नहीं लेना चाहते हैं। सो मीनिंग बने दाते ने दात अपने हाथ च रखी या खुली, वितकरा कोई नहीं करता। जिस इंसान को पसंद है उन्होंने दे देंगे ने, उन्होंने ठोकर नहीं मारते ने, उन्होंने ठिठ नहीं करते ने, उन्होंने इंसल्ट नहीं करते ने, उन्होंने कुछ भी नहीं कहते ने, दे देंगे ने। जिस भाव है तिस देई प्रभ भावा। हुण अगे कहते हैं वो गुण संभालती है, तत्त दा ज्ञान सार उसनू समझ आ गया कि रब्बी गुणा अनुसार जीना चाहिए, रब्बी गुणा उत्ते मेहनत करनी चाहिए, श्रम करनी चाहिए, श्रम खंड च चले जाना चाहिए। अगे कहते हैं साचे महल रह बैरागी। राग होंदा है उस चीज़ नू देख के उहदे विच खचत हो जाना, पर बैराग होंदा है उहदे राग दी ताल दे विच ना नचना, बैराग हो गया। तृष्णा अपने ताल ते नचांदी है सबनू, नाचियो घर घर बाहर नचांदी है। तृष्णा सानू सब जगह नचांदी है, द्वारै द्वारै स्वान जो डोलत नै सुध राम भजन की। तृष्णा सानू नचांदी है, पर जिहड़ा तृष्णा दी ताल ते ना नचे वो बैरागी हो गया। रहिंदा है, कमांदा है, हाथ पांव कर काम सब करता है, दुनिया भर दी सारी जॉब बिजनेस नौकरी कपड़ा पैसा वोटी बच्चे सब कुछ हंडांदा है, पर सारियां विच रह के जैसे जल में कमल नराई वांगू वैरागी रहिंदा है। साचे महल, महल केड़ा है? रब जी दा हिरदा अंतरात्मा कॉन्शियस, रब जी उत्थे रहिंदे ने। साचा मीनस रब जी दा घर, महल रह बैरागी, उत्थे रब जी रहिंदे ने, सतगुर रहिंदा है, उत्थे सच दा ज्ञान रहिंदा है। ते जिहड़ा मनुख उस तो बाहर चला गया वो नहीं रहिंदा, पर जिहड़ा उहदे अंदर आ जाए, मन परदेसी वे प्यारे आओ करे अपने घर अंदर आ जाए, वो रब जी दे महल च आ गया, गुर ते महल प्राप्त हो गया। इंट्रोस्पैक्शन, अंदर आ जाना। साचे महल रह बैरागी, आवन देह, ਇਹਦਾ उच्चारण तो आवा नहीं करांगे, जिसा पहला भावा नहीं किया ना, आवा। आवा होंदा है भट्ठी, आवन का मैना होंदा है जन्म, शरीरक जन्म नहीं, सतगुर के जन्म है गवन मिटाया वाला जन्म। आवन का मैना होंदा है आगमन, प्रकाश हो जाना। जदों सच की गल समझ आ गई है, जन्म हो गया, देह आवा, तो फिर मनुख इस जड़ी जैसी अगर उधर में तैसी बाहर माया का जोड़ा पट्ठा है ना, यह आवा जोड़ा है, यह सारी सृष्टि, यह दुनिया, ये जींदे जी मेहनत करता है, श्रम करता है, तो इस पट्ठी विच इसकी जीवन रूपी इट नूं पकाया जाता है। ये जीवन बड़ा कीमती अवसर मिले है, इसनूं दुखों का घर ना कहो, यह अपॉर्चुनिटी मिली है, प्रिविलेज मिली है कि यह इंसान, जानवर पता नहीं सोच सकता कि नहीं सोच सकता कि एलिवेट होना है कि नहीं होना, पर तू तो सोच सकता है। खैर ये गल वखरी है, साढ़े नाल वैसे जानवर भले ने। सेंट बरनार्ड एक कुत्ते का नाम है, जिहड़ा बर्फां चों भी डैड बॉडी नूं कढ के लिया के उहदे घर वालियां तक पहुँचा दिंदा है, इस करके उहदा नाम संत पै गया, सेंट बरनार्ड कुत्ते का। पर असी की करते हैं, चंगे भले बंदे नूं जिंदा गाड़ दिंदे आ, चंगे भले बंदे नूं दो कुरखियत गल्लां करके पैड़ी लुक दे के असी उसनूं मार दिंदे आ, निंदा करके उहदी पब्लिक विच निंदा करके उहनूं गालां कढ के उसनूं बदनाम करदे आ। हर नूं अपनी सस नूं बदनाम करदी है, हर सस अपनी नूं नूं बदनाम करदी,
ਹਰ ਨੂੰ ਆਪਣੀ ਨਨਾਣ ਨੂੰ ਔਰ ਦੇਰ ਨੂੰ ਬਦਨਾਮ ਕਰਦੀ ਹੈ, ਤੇ ਹਰ ਨਨਾਣ ਆਪਣੀ ਭਰਜਾਈ ਨੂੰ ਬਦਨਾਮ ਕਰਦੀ ਹੈ। ਇਹ ਸਭ ਕੁਝ ਅਸੀਂ ਕੀ ਕਰ ਰਹੇ ਹਾਂ? ਜੀਂਦੇ ਜੀ ਤਾਂ ਮਾਰਦੇ ਪਏ ਹਾਂ। ਜਿਹੜੇ ਜਾਨਵਰ ਨੇ ਉਹ ਪੱਤੇ ਖਾਂਦੇ ਨੇ ਪਰ ਦੁੱਧ ਦਿੰਦੇ ਨੇ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ। ਬਟ ਅਫਸੋਸ ਦੀ ਗੱਲ ਹੈ, ਨਾਮ ਵੀ ਹੋਣੇ ਆਦਮੀ, ਤ੍ਰਿਗ ਜੀਵਨ ਕਰਮ ਕरें। मन नहीं पता साध संगत जी के इन जानवर और पशु पंछी किस तरह सोचते ने या किस तरह, पर यह मनुख तैनू तो चांस मिले ना, सब तो वड्डा अवसर मिले है। अपना जीवन जाया ना कर, सिर्फ टीवी ते बैठ बैठ के सीरियल्स दिन 6-6 8-8 देख के अपना समय जाया ना कर। भाई प्रापत मानुख देवरिया गोबिंद मिलन की तेरी बरिया, सरंजाम लाग ना, चंगे काम लग, ਤੈਨੂੰ ਅਵਸਰ ਮਿਲਿਆ। ਇਹ ਜੇਠ ਜੀਵਨ ਤੈਨੂੰ ਭਲਾ ਹੈ, ਚੰਗਾ ਅਵਸਰ ਮਿਲਿਆ, ਟੌਪ ਮੋਸਟ ਪ੍ਰਾਇੋਰਟੀ ਮਿਲੀ ਹੈ। ਇਹਦੇ ਵਿੱਚ ਆਪਣੀ ਦੇਹ ਨੂੰ ਜਨਮ ਦੇ ਲੈ, ਸਤਿਗੁਰ ਦੀ ਮੱਤ ਲੈ ਕੇ ਤਾਂ ਇੱਥੇ ਪਕਾ ਲੈ। ਇਸ ਨੂੰ ਦੁੱਖਾਂ ਦਾ ਘਰ ਨਾ ਸਮਝ। ਆਵਣ ਦੇਹ ਤਾਂ ਆਵਾ। ਅੱਗੇ ਕਹਿੰਦੇ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ। ਜੋ ਜਿਹਦੇ ਕੋਲ ਸਤਿਗੁਰ ਦੀ ਮੱਤ ਨਹੀਂ, ਜਿਹਦੇ ਕੋਲ ਸਤਿਗੁਰ ਦੀ ਅਕਲ ਨਹੀਂ, ਉਹ ਦੁਨਿਆਵੀ ਤੌਰ 'ਤੇ ਨਿਮਾਣਾ ਨਿਤਾਣਾ ਹੈ, ਪਰ ਆਤਮਿਕ ਤੌਰ 'ਤੇ ਵੀ ਨਿਮਾਣਾ ਨਿਤਾਣਾ ਹੈ। ਦੁਨਿਆਵੀ ਤੌਰ 'ਤੇ ਨਿਮਾਣਾ ਨਿਤਾਣਾ ਹੈ ਕਿਸ ਤਰ੍ਹਾਂ ਕਿ ਆਤਮਿਕ ਤੌਰ 'ਤੇ ਨਿਮਾਣਾ ਨਿਤਾਣਾ ਹੋਣ ਦੇ ਕਾਰਨ ਉਹ ਦੁਆਰੇ ਦੁਆਰੇ ਸਵਾਨ ਜੋ ਜੋਲਤ ਵਾਂਗੂ ਦੌੜਦਾ ਭੱਜਦਾ ਰਹੇਗਾ। ਨਿਮਾਣਾ ਜੋ ਹੈ, ਨਿਤਾਣਾ ਜੋ ਹੈ, ਨਾ ਕੋਈ ਮਾਣ ਹੈ ਨਾ ਤਾਣ ਹੈ, ਅਕਲ ਹੀ ਨਹੀਂ ਹੈ ਕੋਈ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਇੱਕ ਵਾਰੀ ਤੂੰ ਇਹ ਕਹਿਣਾ ਸ਼ੁਰੂ ਕਰ ਦੇ ਮਨ ਕਰਕੇ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਝ ਅੱਗੇ ਅਰਦਾਸ, ਮੈਨੂੰ ਪੈਸੇ ਦਾ ਤਾਣ ਨਹੀਂ ਚਾਹੀਦਾ, ਮੈਨੂੰ ਪੈਸੇ ਦਾ, ਦੁਨਿਆਵੀ ਦਾ, ਉੱਚੀ ਜ਼ਾਤ ਦਾ, ਕੁੜਮਾਚਾਰੀ ਦਾ, 4-4 ਪੁੱਤਰਾਂ ਦਾ ਇਹ ਵਾਲਾ ਮਾਣ ਤਾਣ ਨਹੀਂ ਚਾਹੀਦਾ। ਮੇਰਾ ਮਾਣ ਤਾਣ ਤੁਹਾਡਾ ਗਿਆਨ ਹੈ। ਤਾਂ ਤੂੰ ਜਿਹੜਾ ਨਿਮਾਣਾ ਨਿਤਾਣਾ ਹੋਇਆ ਨਾ, ਉਹ ਕਹਿੰਦੇ ਨੇ ਹੁੰਦਾ ਮਾਣ ਜੋ ਰਹਿ ਨਿਮਾਣਾ, ਹੁੰਦਾ ਤਾਣ ਜੋ ਰਹਿ ਨਿਤਾਣਾ। ਪਰ ਇੱਥੇ ਕਹਿੰਦੇ ਨੇ ਜੇ ਤੇਰੇ ਕੋਲ ਕੁਛ ਨਹੀਂ ਹੈ ਤਾਂ ਤੂੰ ਉਂਝ ਹੋ ਜਾਏਗਾ। ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ। ਪਰ ਸਾਨੂੰ ਸਮਝਾ ਰਹੇ ਨੇ ਤੂੰ ਸਤਿਗੁਰ ਦੀ ਮੱਤ ਲੈ ਕੇ ਨਿਮਾਣੀ ਹੋ ਜਾ, ਸਤਿਗੁਰ ਦੀ ਮੱਤ ਲੈ ਕੇ ਨਿਤਾਣੀ ਹੋ ਜਾ, ਤੇ ਰੱਬ ਜੀ ਦਾ ਸੁਖ ਮਹਿਲ ਅੰਤਰਾਤਮਾ ਵਿੱਚ ਪ੍ਰਾਪਤ ਕਰ ਸਕਦੀ ਹੈ, ਪਾ ਲੈਂਦੀ ਹੈ। ਜਿਹੜੀ ਦੁਨਿਆਵੀ ਤੌਰ 'ਤੇ ਔਰ ਆਤਮਿਕ ਤੌਰ 'ਤੇ ਨਿਮਾਣੀ ਨਿਤਾਣੀ ਹੈ ਉਹ ਨਹੀਂ ਪਾ ਸਕਦੀ। ਕਿਵੇਂ ਪਾ ਸਕਦੀ ਹੈ? ਇਹ ਸਵਾਲ ਕਰਦੇ ਨੇ ਤੇ ਸਾਨੂੰ ਸਵਾਲ ਸਮਝਾ ਦਿੱਤਾ। ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ। ਕੋਈ ਇਨਸਾਨ ਸੁਖੀ ਨਹੀਂ ਹੋ ਸਕਦਾ। ਤੁਸੀਂ ਦੇਖ ਲੈਣਾ, ਸੋਚ ਵਿਚਾਰ ਕੇ ਪਰਖ ਲੈਣਾ। ਕਿਸੇ ਜ਼ਮਾਨੇ ਵਿੱਚ ਸਾਡਾ ਇੱਕ ਬੈੱਡਰੂਮ ਅਤੇ ਉਹਦੇ ਹੀ ਕੋਨੇ 'ਤੇ ਇੱਕ ਥੱਲੇ 4 ਇੱਟਾਂ ਰੱਖ ਕੇ ਕਿਚਨ ਹੁੰਦੀ ਸੀ। ਉੱਥੇ ਹੀ ਅਸੀਂ ਬਹਿ ਜਾਂਦੇ ਸਾਂ, ਉੱਥੇ ਹੀ ਸੌਂ ਜਾਂਦੇ ਸਾਂ। ਅਤੇ ਘਰ ਮਹਿਮਾਨ ਆ ਜਾਣ ਅਤੇ ਉੱਥੇ ਹੀ ਫਰਸ਼ੀ ਬਿਸਤਰੇ ਲਗਾ ਕੇ 8-8 ਮੈਂਬਰ ਸਾਡੇ ਵਰਾਂਡੇ ਸਮੇਤ ਅਸੀਂ ਸੋ ਜਾਂਦੇ ਸਾਂ, ਸੁਖੀ ਸਾਂ। ਪਰ ਅੱਜ 5-5 ਬੈੱਡਰੂਮ ਨੇ, 3-3 ਫਰਿੱਜ ਨੇ, ਏਅਰ ਕੰਡੀਸ਼ਨ ਲੱਗੇ ਨੇ, ਫਿਰ ਵੀ ਦੁਖੀ ਹਾਂ। ਫਿਰ ਵੀ ਪੁੱਛ ਰਹੇ ਹਾਂ ਇਹ ਕਦੋਂ ਜਾਣਗੇ, ਇਹ ਕਿੰਨੇ ਦਿਨ ਰਹਿਣਗੇ, ਹਾਏ ਰੋਟੀ ਵੀ ਖਾਣਗੇ। ਸੁਖੀ ਆ ਕਿ ਦੁਖੀ ਆ। ਅੱਜ ਦੀ ਭੈਣ ਸੋਚਦੀ ਹੈ ਸ਼ੁਕਰ ਹੈ ਰੱਖੜੀ ਆਈ ਹੈ, ਮੇਰਾ ਭਰਾ ਮੈਨੂੰ ਕੁਝ ਦੇਗਾ। ਅੱਜ ਦਾ ਭਰਾ ਸੋਚਦਾ ਹਾਏ ਰੱਖੜੀ ਕੀ ਆ ਗਈ ਹੈ, ਮੈਨੂੰ ਭੈਣ ਨੂੰ ਕੁਝ ਦੇਣਾ ਪਏਗਾ। ਸੋਚੋ ਸਾਡੇ ਕੀ ਖਿਆਲ ਬਣ ਗਏ ਨੇ, ਕਿਉਂਕਿ ਅਸੀਂ ਇਹ ਦਿਨ ਤਿਉਹਾਰ ਹੈ ਸਭ ਕੁਝ ਲੈਣ ਦੇਣ ਦੇ ਸੰਬੰਧ ਬਣਾਏ ਹੋਏ ਨੇ, ਝੂਠੀ ਪ੍ਰੀਤ ਬਣਾਏ ਹੋਏ ਨੇ। ਨਿਮਾਣੀ ਨਿਤਾਣੀ ਰੱਬ ਬਿਨਾਂ ਸੁਖ ਨਹੀਂ ਪਾ ਸਕਦੀ। ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ। ਕਰਮ ਮਿਲੈ ਗੁਣ ਗਹਿਲੀ। ਗਹਿਲੀ, ਗਹਿਲੀ ਮੀਨਸ ਗਹਿਲ, ਅੰਗੀਕਾਰ ਕਰਨਾ, ਗ੍ਰਹਿਣ ਕਰਨਾ। ਕਰਮ, ਕਰਮ ਮੈਨੇ ਹੁੰਦਾ ਬਖਸ਼ਿਸ਼। ਕਰਮ ਦੇ ਰਾਹੀਂ, ਬਖਸ਼ਿਸ਼ ਦੇ ਰਾਹੀਂ। ਬਖਸ਼ਿਸ਼ ਕੀ ਹੈ? ਸਤਿਗੁਰ ਦੀ ਮੱਤ। ਜਿਹੜੇ ਦੁਨਿਆਵੀ ਧਨ ਪਦਾਰਥ ਸਾਨੂੰ ਮਿਲਦੇ ਨਾ, ਅਸੀਂ ਇਹਨਾਂ ਦਾ ਬਖਸ਼ਿਸ਼ ਰੱਖਿਆ ਹੋਇਆ। ਬਈ ਇਹ ਬਖਸ਼ਿਸ਼ ਹੋ ਗਈ, ਕਾਰ ਹੈ,
ਬਖਸ਼ਿਸ਼ ਹੋਈ ਹੈ, ਸ਼ੁਕਰ ਹੈ ਅਸੀਂ ਕਾਰ ਲਿਖਾਈ ਸੀ ਸਾਡੀ ਕੋਟੇ ਚੋਂ ਨਿਕਲ ਆਈ, ਬਖਸ਼ਿਸ਼ ਹੋਈ ਹੈ ਸਾਡਾ ਪਲਾਟ ਨਿਕਲਿਆ, ਬਖਸ਼ਿਸ਼ ਹੋਈ ਹੈ ਸਾਡੇ ਘਰ ਪੁੱਤਰ ਜੰਮ ਪਿਆ, ਬਖਸ਼ਿਸ਼ ਹੋਈ ਹੈ ਵਿਆਹ ਹੋ ਗਿਆ, ਬਖਸ਼ਿਸ਼ ਹੋਈ ਹੈ ਕੋਟਾ ਮਿਲ ਗਿਆ, ਬਖਸ਼ਿਸ਼ ਹੋਈ ਹੈ ਇੰਨੇ ਕਰੋੜ ਮਿਲ ਗਏ, ਬਖਸ਼ਿਸ਼ ਹੋਈ ਹੈ ਲੋਨ ਮਿਲ ਗਿਆ, ਇਹਨਾਂ ਦਾ ਨਾ ਬਖਸ਼ਿਸ਼ ਰੱਖਿਆ। ਪਰ ਗੁਰੂ ਪਾਤਸ਼ਾਹ ਬਖਸ਼ਿਸ਼ ਕਿਹਨੂੰ ਕਹਿੰਦੇ ਨੇ? ਇੱਕ ਓਂਕਾਰ ਤੋਂ ਸਤਨਾਮ ਕਰਤਾ ਪੁਰਖ ਪੜ੍ਹੋ ਨਾ ਤਾਂ ਅਖੀਰ ਤੇ ਨੇ ਗੁਰ ਪ੍ਰਸਾਦ, ਪ੍ਰਸਾਦ ਨੂੰ ਬਖਸ਼ਿਸ਼ ਕਹਿੰਦੇ ਨੇ। ਗੁਰ ਸੱਚ ਦੇ ਗਿਆਨ ਨੂੰ ਬਖਸ਼ਿਸ਼ ਕਹਿੰਦੇ ਨੇ। ਸੱਚ ਦਾ ਗਿਆਨ ਲੈਣਾ, ਸਤਿਗੁਰ ਦੀ ਮੱਤ ਨੂੰ ਸਮਝਣਾ, ਇਸ ਕਾਰਡ ਬਖਸ਼ਿਸ਼। ਨਾਨਕ ਜੀ ਆਖਦੇ ਨੇ ਜੇਠ ਜੀਵਨ, ਜੇਠ ਰੱਬ ਜੀ ਦੇ ਨਾਲ ਜੁੜ ਕੇ ਜੇਠ ਜੀਵਨ ਜਾਣੈ। ਰੱਬ ਜੀ ਦੇ ਨਾਲ ਜਦੋਂ ਜੁੜ ਜਾਓ ਤੇ ਰੱਬ ਜੀ ਜੈਸੇ ਹੋ ਜਾਂਦੇ ਨੇ। ਜਿਹੜਾ ਰੱਬ ਜੀ ਨੂੰ ਸਮਝ ਲੈਂਦਾ ਨਾ, ਭਾਵ ਰੱਬੀ ਗੁਣਾਂ ਨੂੰ, ਰੱਬ ਜੀ ਨੂੰ ਨਹੀਂ ਸਮਝਿਆ ਜਾ ਸਕਦਾ। ਰੱਬ ਜੀ ਬੇਅੰਤ ਹਨ, ਤੂੰ ਬੇਅੰਤ ਕੋ ਵਿਰਲਾ ਜਾਣੈ। ਰੱਬ ਜੀ ਬੇਅੰਤ ਹਨ ਤਾਂ ਕਿ ਅੰਤ ਨਾ ਪਾਏ ਜਾਏ। ਪਰ ਰੱਬੀ ਗੁਣਾਂ ਨੂੰ ਸਮਝ ਕੇ ਉਸ ਅਨੁਸਾਰ ਜੀਣਾ, ਇਹਨੂੰ ਰੱਬ ਨੂੰ ਜਾਣਨ ਬਰਾਬਰ ਹੀ ਕਹਿੰਦੇ ਨੇ। ਜਿੰਨੇ ਰੱਬੀ ਗੁਣਾਂ ਨਾਲ ਜੀਏਗਾ, ਤ੍ਰਿਸ਼ਨਾ ਖਤਮ, ਤੂੰ ਸੁਖੀ। ਤੇਰੇ ਚਾਰੋਂ ਪਾਸੇ ਲੂ ਚਲਦੀ ਪਈ ਹੋਵੇ, ਗਰਮੀ ਹੋਵੇ, ਬਾਰਿਸ਼ ਹੋਵੇ, ਬੱਤੀ ਨਾ ਹੋਵੇ, ਭਾਵੇਂ ਚੁਮਾਸਾ ਹੋਵੇ, ਭਾਵੇਂ ਬੱਤੀ ਚਲੀ ਜਾਏ, ਏਅਰ ਕੰਡੀਸ਼ਨ ਨਾ ਹੋਵੇ, ਪੱਖਾ ਨਾ ਚੱਲੇ, ਪਰ ਬਾਹਰਲੀ ਜੋ ਮਰਜ਼ੀ ਸਿਚੁਏਸ਼ਨ ਹੋਵੇ, ਮਨ ਤੇਰਾ ਚੈਨ ਵਿੱਚ ਰਹੇਗਾ ਜੇ ਤੂੰ ਰੱਬੀ ਗੁਣਾਂ ਨਾਲ ਜੀਂਦਾ। ਰੱਬੀ ਗੁਣਾਂ ਨਾਲ ਜੀਣਾ ਮੀਨਸ ਰੱਬ ਜੀ ਨੂੰ ਸਮਝ ਲੈਣਾ, ਰੱਬ ਜੀ ਜੇਠ ਦੇ ਨਾਲ ਜੁੜ ਜਾਣਾ। ਜੈਸੀ ਰੱਬ ਜੈਸੀ ਜੇਠ ਜਾਣੈ ਤਿਸ ਜੈਸੀ। ਇਹ ਮਨ ਜੈਸਾ ਸੇਵੇਂ ਤੈਸੋ ਹੋਏ ਹੋ ਜਾਂਦਾ ਨਾ, ਤਾਂ ਰੱਬ ਜੀ ਜੈਸੇ ਹੋ ਜਾਣਾ, ਜੈਸਾ ਹਾਰੀ ਹੋਏ ਹੋ ਜਾਣਾ। ਪਿੱਛੇ ਅਸੀਂ ਪੜ੍ਹ ਰਹੇ ਸੀ ਬਈ ਲੋਕੀ ਕਹਿੰਦੇ ਨੇ ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ। ਬੜੀ ਅੱਛੀ ਗੱਲ ਹੈ, ਕੌਣ ਮਨਾ ਕਰ ਸਕਦਾ ਨਾਮ ਨਾ ਜਪੋ, ਸਿਮਰਨ ਨਾ ਕਰੋ। ਪਰ ਨਾਲ ਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਦੇਖੋ, ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਸਾਇੰਸ ਕੀ ਨੇ, ਉਹਨਾਂ ਨੂੰ ਦੇਖੋ ਤਾਂ ਉਹਨਾਂ ਦੇ ਚਿੰਨ੍ਹ ਕੀ ਨਜ਼ਰ ਆਉਂਦੇ ਨੇ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਬਾਰੇ ਸਵਾਲ ਪੇਸ਼ ਕਰਕੇ ਆਨਸਰ ਦਿੰਦੇ ਨੇ। ਜਿਨ੍ਹਾਂ ਨਾ ਵਿਸਰੈ ਨਾਮ से किन्हें है, जिनको भगवान का नाम भूलता नहीं है वो कैसे होते हैं? Those who never forget him, how they look like, how they behave, what is their personality, how they behave with others. जिन्हां ना विसरे नाम से किन्हें है, कैसे होंदे ने? कहंदे भेद ना जानो मूल, जरा जिहा भी फर्क ना समझो, साईं जे है और रब जैसे हो जाते हैं। ਉਹਨਾਂ ਦੇ ਰੱਬੀ ਗੁਣ ਹੁੰਦੇ ਨੇ, ਕਿਸੇ ਨਾਲ ਕੌੜਾ ਨਹੀਂ ਬੋਲਦੇ ਨੇ, ਕਿਸੇ ਦੀ ਨਿੰਦਾ ਨਹੀਂ ਕਰਦੇ ਨੇ, ਕਿਸੇ ਦੀ ਲੈਗ ਪੁਲਿੰਗ ਨਹੀਂ ਕਰਦੇ ਨੇ, ਕਿਸੇ ਦੀ ਇਨਸਲਟ ਨਹੀਂ ਕਰਦੇ ਨੇ, ਕਿਸੇ ਨੂੰ ਹਰਟ ਨਹੀਂ ਕਰਦੇ ਨੇ, ਕਿਸੇ ਦਾ ਦਿਲ ਨਹੀਂ ਢਾਂਦੇ ਨੇ, ਹਿਆਉ ਨਾ ਠਾਏ ਕਈ ਦਾ, ਕਿਸੇ ਦਾ ਦਿਲ ਨਹੀਂ ਢਾਂਦੇ ਨੇ, ਕਿਉਂਕਿ ਉਹਨਾਂ ਨੂੰ ਸਾਰੇ ਦਿਲਾਂ ਵਿੱਚ ਰੱਬ ਜੀ ਨਜ਼ਰ ਆਉਂਦੇ ਨੇ। ਫਰੀਦਾ ਖਾਲਕ ਖਲਕ ਮੈਂ ਨਜ਼ਰ ਆਉਂਦੇ ਨੇ। ਗੁਣ ਗਹਿਲੀ ਸਾਧ ਸੰਗਤ ਜੀ, ਜਦੋਂ ਅਸੀਂ ਜੇਠ ਪੜ੍ਹਦੇ ਹਾਂ ਤਾਂ ਵੈਸੇ ਤਾਂ ਸਾਰੇ 12 ਮਾਹ ਨੂੰ ਧਿਆਨ ਨਾਲ ਪੜ੍ਹੋਗੇ ਨਾ, ਅਗਲੇ ਪਿਛਲੇ ਸਾਰੇ ਲਿੰਕ ਨੇ। ਤਾਂ ਪਿਛਲਾ ਵਿਸਾਖ ਹੈ, ਨਾਨਕ ਵਿਸਾਖੀ ਪ੍ਰਭ ਪਾਵੈ, ਪਾਵੈ ਪੱਪਾ, ਤੇਰਾ ਜੀਵਨ ਵਿਸਾਖ ਹੋ ਜਾਂਦਾ ਹੈ ਸਾਰਾ, ਤੂੰ ਪ੍ਰਭੂ ਨੂੰ ਪਾ ਲੈਂਦਾ ਹੈ ਜਦੋਂ ਸੁਰਤ ਸ਼ਬਦ ਮਨ ਮਾਨਾ, ਜਦੋਂ ਤੇਰੀ ਸੁਰਤ ਸੱਚ ਨਾਲ ਜੁੜ ਗਈ ਹੈ। ਪਰ ਸੁਰਤ ਸੱਚ ਨਾਲ ਨਹੀਂ ਜੁੜੀ ਹੈ, ਮਨ ਤਪੇਗਾ, ਕਿਉਂਕਿ ਮਨ ਤ੍ਰਿਸ਼ਨਾ ਦਾ ਤੈਨੂੰ ਬੁਖਾਰ ਚੜਾਏਗਾ, ਦੁਖੀ ਦੁਖੀ ਰਹੇਗਾ। ਇਸ ਕਰਕੇ ਹੁਣ ਜਦੋਂ ਇਹ ਗੱਲ ਸਮਝ ਆਈ ਕਿ ਰੱਬ ਜੀ ਦੇ ਨਾਲ ਜੁੜਨਾ ਚਾਹੀਦਾ ਵਰਨਾ ਤ੍ਰਿਸ਼ਨਾ ਸਤਾਏਗੀ, ਤਾਂ ਵਿਸਾਖ ਨੂੰ ਪੜ੍ਹ ਕੇ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ। ਅੰਦਰ ਰੱਬ ਜੀ ਦਾ ਮਹਿਲ ਪਛਾਣ ਲਿਆ, ਰੱਬ ਜੀ ਦੂਰ ਨਹੀਂ ਹਨ। ਅੰਦਰ ਪਛਾਣਨ ਤੋਂ ਬਾਅਦ ਪਤਾ ਲੱਗਾ ਨਾਨਕ ਵਿਸਾਖੀ ਬਿੰਦੀ ਲਾ ਕੇ ਉਚਾਰਨ ਕਰਾਂਗੇ, ਪ੍ਰਭ ਪਾਵੈ, ਰੱਬ ਪ੍ਰਾਪਤ ਹੋ ਗਿਆ। ਸੁਰਤ ਸ਼ਬਦ ਮਨ ਮਾਨਾ। ਹੁਣ ਜਦੋਂ ਤੂੰ ਸੱਚ ਦੀ ਗੱਲ ਲੈ ਲੇਗਾ ਤੈਨੂੰ ਪਤਾ ਲੱਗ ਜਾਏਗਾ, ਤਾਂ 12 ਮਾਹ ਮਾਝ ਸਮਝ ਆਏਗਾ ਮਹਿਲਾ ਪੰਜਵਾਂ ਦਾ। ਤਾਂ ਉੱਥੇ ਕਹਿੰਦੇ ਨੇ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ। ਜੀਵਨ ਜੇਠ ਵਿੱਚ ਰੱਬ ਜੇਠ ਦੇ ਨਾਲ ਜੁੜਨਾ
ਚੰਗੀ ਗੱਲ ਹੈ। ਲੋੜੀਆ ਮੀਨਸ ਵੈਰੀ ਇੰਪੋਰਟੈਂਟ, ਮਸਟ, ਮੈਂਡੇਟੋਰੀ, ਵੈਰੀ ਇੰਪੋਰਟੈਂਟ ਕਿ ਰੱਬ ਜੀ ਦੇ ਨਾਲ ਜੁੜ ਜਾ। ਜੁੜਦੇ ਕਿਸ ਤਰ੍ਹਾਂ ਨੇ? ਸੱਚ ਦੇ ਗਿਆਨ ਦੇ ਰਾਹੀਂ। ਸੁਰਤ ਸ਼ਬਦ ਮਨ ਮਾਨਾ, ਵਿਸਾਖ ਪੜ੍ਹ ਕੇ ਆਏ ਨਾ ਅਸੀਂ। ਅਗਲੇ ਪਿਛਲੇ ਪੜ੍ਹ ਕੇ ਲਿੰਕ ਕਰੋਗੇ, ਤੁਹਾਨੂੰ ਸਾਰੇ ਇੰਟਰਲਿੰਕਡ ਬਾਣੀ ਮਿਲੇਗੀ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਸਭ ਨਿਵੰਨ ਕੀ ਹੈ? ਸਭ ਕੌਣ ਹੈ? ਮੇਰੇ ਇੰਦਰੇ ਗਿਆਨਿੰਦਰੇ, ਸਾਰੀ ਸ੍ਰਿਸ਼ਟੀ ਦੇ ਲੋਕ, ਸਾਰੀ ਸ੍ਰਿਸ਼ਟੀ ਦਾ ਸਾਰਾ ਸਿਸਟਮ, ਜਿਸ ਸਿਸਟਮ ਨਿਯਮ ਅਨੁਸਾਰ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਇਹ ਭੈ ਵਿੱਚ ਸਾਰੇ ਰੱਬੀ ਨਿਯਮ ਅਨੁਸਾਰ ਚੱਲਦੇ ਨੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਰੱਬ ਜੀ ਦੇ ਨਿਯਮ ਤੋਂ ਬਾਹਰ ਕੁਛ ਵੀ ਨਹੀਂ ਚੱਲਦਾ। ਇਸ ਕਰਕੇ ਤੂੰ ਇਹ ਨਾ ਕਹੀਂ ਪਤਾ ਨਹੀਂ ਕੀ ਹੋ ਗਿਆ। ਰੱਬ ਨੇ ਅੱਜ ਮੌਸਮ ਖਰਾਬ ਕਰ ਦਿੱਤਾ, ਮੇਰੀ ਧੀ ਦਾ ਵਿਆਹ ਹੈ, ਬਾਰਿਸ਼ ਆ ਗਈ ਹੈ। ਕੋਈ ਸੰਤ ਜੀ ਬਾਬਾ ਜੀ ਬੁਲਾਓ, ਕੋਈ ਬ੍ਰਹਮ ਗਿਆਨੀ ਜੀ ਬੁਲਾਓ, ਬਾਰਿਸ਼ ਨਾ ਆਵੇ। ਦੇਖੋ ਜੀ ਇਹਨਾਂ ਨੇ ਬਾਰਿਸ਼ ਕੀਤੀ, ਪ੍ਰਤੱਖ ਬਾਰਿਸ਼ ਬਣੀ ਹੋਈ, ਸਾਵਨ ਦਾ ਮਹੀਨਾ, ਝੱਖੜ ਬੱਦਲ, 3 ਦਿਨਾਂ ਤੋਂ ਬਾਰਿਸ਼ ਆ ਰਹੀ ਸੀ। ਇਹ ਬ੍ਰਹਮ ਗਿਆਨੀ ਜੀ ਨੇ ਆ ਕੇ ਅਰਦਾਸ ਕੀਤੀ, ਸਾਡੀ ਕਾਕੀ ਦਾ ਵਿਆਹ, ਸਾਡੇ ਕਾਕੇ ਦਾ ਬਰਥਡੇ, ਬਾਰਿਸ਼ ਨਹੀਂ ਹੋਈ। ਇਹ ਭੁਲੇਖੇ, ਇਹ ਪਾਖੰਡ, ਇਹ ਅੰਧ ਵਿਸ਼ਵਾਸ। ਅਸੀਂ ਕਹਿੰਦੇ ਰਹਿੰਦੇ ਹਾਂ ਰੱਬ ਜੀ ਦਾ ਨਿਯਮ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਉਸ ਨਿਯਮ ਅਨੁਸਾਰ ਚੱਲਦੀ ਹੈ, ਸਾਰੀ ਸ੍ਰਿਸ਼ਟੀ ਨੂੰ ਨਿਯਮ ਮੁਤਾਬਕ ਚੱਲਣਾ ਪੈਂਦਾ। ਜੇ ਅੱਜ ਨਿਯਮ ਮੁਤਾਬਕ ਬਾਰਿਸ਼ ਬੇਮੌਸਮ ਆਈ ਹੈ ਤਾਂ ਉਹ ਰੱਬੀ ਨਿਯਮ ਵਿੱਚ ਕਿਤੇ ਕੋਈ ਗੜਬੜ ਕੀਤੀ ਗਈ, ਪਰ ਗੜਬੜ ਮਨੁੱਖ ਨੇ ਕੀਤੀ, ਪੋਲਿਊਸ਼ਨ ਕ੍ਰੀਏਟ ਕੀਤਾ ਅਤੇ ਅੱਜ ਮੌਸਮ ਖਰਾਬ ਹੋ ਰਿਹਾ। ਪਰ ਹੋ ਰੱਬੀ ਨਿਯਮ ਮੁਤਾਬਕ ਰਿਹਾ। ਰੱਬੀ ਨਿਯਮ ਕਦੀ ਵੀ ਸਮਝਣਾ ਹੋਏ ਤਾਂ ਇੰਝ ਬਣਾ ਲਿਆ ਕਰੋ, ਜਿਵੇਂ ਅਸੀਂ ਇੱਕ ਲੋਹ ਉੱਤੇ 50 ਫੁਲਕੇ ਪਾਈਏ ਔਰ ਲੋਹ ਦੇ ਥੱਲੇ ਮੰਨ ਲਿਆ 20 ਡਿਗਰੀ ਟੈਂਪਰੇਚਰ ਰੱਖਣਾ ਚਾਹੀਦਾ, 10 ਮਿੰਟ ਵਾਸਤੇ ਰੱਖਣਾ ਚਾਹੀਦਾ। ਪਰ ਟੈਂਪਰੇਚਰ ਸਾਡਾ 20 ਡਿਗਰੀ ਇੱਕ ਜਗ੍ਹਾ ਹੋਵੇ, ਇੱਕ ਜਗ੍ਹਾ ਲੋਹ ਕੱਚੀ ਹੋਵੇ, ਇੱਕ ਜਗ੍ਹਾ ਲੋਹ ਪੱਕੀ ਹੋਵੇ, ਇੱਕ ਜਗ੍ਹਾ ਅੱਗ ਜ਼ਿਆਦਾ ਹੋਵੇ, ਇੱਕ ਜਗ੍ਹਾ ਨਾ ਹੋਵੇ। ਉਹਦੇ ਤੋਂ ਤੁਸੀਂ 50 ਫੁਲਕੇ ਪਾਓ, ਉਹਦੇ 'ਚੋਂ ਤੁਹਾਨੂੰ ਤੁਸੀਂ ਦੇਖੋਗੇ 42 ਫੁਲਕੇ ਪੱਕ ਗਏ, ਜਿੱਥੇ ਲੋਹ 20 ਮਿੰਟ 20 ਟੈਂਪਰੇਚਰ 'ਤੇ 10 ਮਿੰਟ ਚਾਹੀਦੀ ਸੀ। ਠੀਕ ਟਾਈਮ 'ਤੇ ਫੁਲਕਾ ਵੀ ਪਰਤਾ ਦੇਗਾ, ਨਿਯਮ ਇੱਕ ਪੂਰਾ ਹੋ ਗਿਆ। ਪਰ ਇੱਕ ਜਗ੍ਹਾ ਫੁਲਕੇ ਉਸੀ ਲੋਹ 'ਤੇ ਸੜ ਵੀ ਗਏ, ਇੱਕ ਜਗ੍ਹਾ ਫੁਲਕੇ ਉਸੀ ਲੋਹ 'ਤੇ ਕੱਚੇ ਵੀ ਰਹਿ ਗਏ, ਕਿਉਂਕਿ ਜਿੱਥੇ ਸੜ ਗਏ ਉੱਥੇ ਟੈਂਪਰੇਚਰ ਜ਼ਿਆਦਾ ਹੋ ਗਿਆ ਸੀ, ਜਿੱਥੇ ਕੱਚੇ ਰਹਿ ਗਏ ਉੱਥੇ ਟੈਂਪਰੇਚਰ ਪਹੁੰਚਿਆ ਹੀ ਨਹੀਂ। ਸਾਰੀ ਜਗ੍ਹਾ ਰੱਬੀ ਨਿਯਮ ਦੇ 3 ਲੌ ਉੱਥੇ ਲੱਗੇ, 3 ਕਿਸਮਾਂ ਦੇ ਫੁਲਕੇ ਪੱਕ ਗਏ। ਇਸ ਤਰ੍ਹਾਂ ਹੀ ਪਤਾ ਲੱਗਦਾ ਜਾਂਦਾ ਕਿ ਰੱਬੀ ਨਿਯਮ ਸਭ ਜਗ੍ਹਾ ਚੱਲ ਰਿਹਾ। ਰੱਬੀ ਨਿਯਮ ਤੋਂ ਬਾਹਰ ਕੁਛ ਨਹੀਂ ਹੋ ਸਕਦਾ, ਵਿੱਚ ਨਾ ਕੋਈ ਕਰ ਸਕੇ। 5 ਤੱਤ ਕਰ ਸ੍ਰੀ ਸਬਸਾਦ ਜੀ, ਕੋਈ 6ਵਾਂ ਕਰਿਓ। ਗੁਰੂ ਸਾਹਿਬ ਓਪਨ ਚੈਲੰਜ ਕਰਦੇ ਨੇ ਸਾਰੀ ਦੁਨੀਆ ਨੂੰ। ਕੋਈ ਰੱਬੀ ਨਿਯਮ ਸਿਸਟਮ ਦੇ ਵਿੱਚ ਕਰਾਮਾਤਾਂ ਦੀ ਖੇਡ ਦਾ ਤਮਾਸ਼ਾ ਨਹੀਂ ਕਰ ਸਕਦਾ। ਜੇ ਕੋਈ ਹਿਪਨੋਟਾਈਜ਼ ਹੁੰਦਾ ਹੈ, ਤਾਂਤਰਿਕ ਦੀ ਗੇਮ ਦੇਖਦਾ ਹੈ, ਕਿਸੇ ਦੀ ਕਰਾਮਾਤ ਦੇ ਕੇ ਉਹਨੂੰ ਰੱਬ ਜੀ, ਗੁਰੂ ਜੀ, ਪੀਰ ਜੀ, ਫਕੀਰ ਜੀ, ਬ੍ਰਹਮ ਗਿਆਨੀ ਜੀ ਸਮਝ ਲੈਂਦਾ ਹੈ, ਉਹਦਾ ਭੁਲੇਖਾ ਹੈ। ਹੁਣ ਕਹਿੰਦੇ ਨੇ ਰੱਬ ਜੀ ਦੇ ਨਿਯਮ ਅੱਗੇ ਸਭ ਕੁਝ ਨਿਮ ਕੇ ਚੱਲਦੇ ਨੇ, ਭਾਵ ਤੁਧਨੋਂ ਮੰਨਣ ਨਿਵਣ ਤੇਰਾ ਨਾਉ, ਤੁਧਨੋਂ ਨਿਵਣ ਮੰਨਣ ਤੇਰਾ ਨਾਉ। ਮੀਨਸ ਜੋ ਤੇਰੇ ਅੱਗੇ ਨਿਮ ਕੇ ਚੱਲਦੇ ਨੇ, ਤੇਰੇ ਪੈ ਨਿਯਮ ਵਿੱਚ ਰਹਿੰਦੇ ਨੇ। ਇਸ ਤਰ੍ਹਾਂ ਮੇਰੇ ਸਰੀਰ ਦੇ ਸਭ, ਮੇਰੇ ਸਰੀਰ ਦੇ ਅੰਗ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਮਨ। ਮੇਰੇ ਸਾਰੇ ਇੰਦਰੇ ਗਿਆਨ ਇੰਦਰੇ ਆਪਣੀ ਮਨ ਮਰਜ਼ੀ ਕਰਦੇ ਨੇ ਤਾਂ ਮੈਨੂੰ ਦੁਖੀ ਕਰਦੇ ਨੇ। ਮਨ ਮਰਜ਼ੀ ਕਿਉਂ ਕਰਦੇ ਨੇ? ਮਨ ਦੇ ਪਿੱਛੇ ਚੱਲਦੇ ਨੇ। ਮਨ ਕੀ ਮਤ ਤਿਆਗੋ, ਮਨ ਕੀ ਮਤ ਤਿਆਗੋ, ਹਰ ਜਨ ਹੁਕਮ ਬੂਝ ਸੁਖ ਪਾਈਐ। ਜੇ ਮਨ ਨੂੰ ਸਤਿਗੁਰ ਦੀ ਮੱਤ ਦੇ ਦਿਓ, ਫਿਰ ਇਹ ਸਾਰੇ ਇੰਦਰੇ ਗਿਆਨ ਇੰਦਰੇ ਸਰੈਂਡਰ ਕਰ ਜਾਂਦੇ ਨੇ, ਰੱਬੀ ਨਿਯਮ ਅਨੁਸਾਰ ਜੀਣ ਲੱਗ। ਹਰ ਸੱਜਣ ਦਾਵਣ ਲੱਗਿਆ। ਦਾਵਣ ਹੁੰਦਾ ਉਹਦੇ ਨਾਲ ਜੁੜਨਾ, ਉਹਦੇ ਲੜ ਲੱਗਣਾ, ਉਹਦੇ ਚਰਨੀ ਪੈ ਜਾਣਾ। ਦਾਵਣ, ਅਸੀਂ ਜਦੋਂ ਮੰਜੀ ਬੁਣਦੇ ਸਾਂ, ਜਿਹੜੇ ਦਿਨਾਂ ਵਿੱਚ ਪੁਰਾਣੇ ਜ਼ਮਾਨੇ ਵਿੱਚ ਮੰਜੀ ਢਿੱਲੀ ਹੋ ਜਾਂਦੀ ਸੀ, ਕਹਿੰਦੇ ਇਹਦੀ ਦਾਵਣ ਕੱਸ ਦਿਓ, ਜਿਸ ਪਾਸੇ ਪੈਰ ਹੁੰਦੇ ਸਨ। ਦਾਵਣ ਲਫ਼ਜ਼, ਦਾਵਣ ਉਹਦੇ ਚਰਨਾਂ ਨਾਲ, ਚਰਨਾਂ ਪਾਸੇ। ਹਰ ਸੱਜਣ ਦਾਵਣ ਲੱਗਿਆ, ਰੱਬ ਜੀ ਦੇ ਚਰਨਾਂ ਨਾਲ ਜੁੜ ਜਾਣਾ। ਸੱਜਣ ਕੌਣ ਹੈ? ਰੱਬ ਜੀ ਦੇ ਗਿਆਨ ਗੁਰੂ ਰਾਹੀਂ ਦੱਸੇ ਚੰਗੇ ਗੁਣ ਸੱਜਣਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਫਿਰ ਕਿਸੇ ਵੀ ਇੰਦਰੇ ਗਿਆਨ ਇੰਦਰੇ ਜਾਂ ਕਿਸੇ ਵੀ ਵਿਕਾਰ ਦੇ ਨਾਲ ਬੱਝਣਾ ਨਹੀਂ ਪੈਂਦਾ। ਮੋਹ ਕੀ ਫਾਸ ਟੁੱਟ ਜਾਂਦੀ ਹੈ। ਪਿੱਛੇ ਅਸੀਂ ਸ਼ਬਦ ਪੜ੍ਹਿਆ ਸੀ, ਉਹਦੀ ਟੇਪ ਤਿਆਰ ਕਰਦੇ ਪਏ ਨੇ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈਂ,
ਕਈਆਂ ਨੇ ਮੈਨੂੰ ਸਵਾਲ ਵੀ ਕੀਤਾ, ਮੈਂ ਵੀ 12-13 ਸਾਲਾਂ ਤੋਂ ਬੜਾ ਇਹਦੇ ਬਾਰੇ ਕਨਫਿਊਜ਼ ਸੀ। ਰੱਬ ਜੀ ਜੇ ਤੁਸੀਂ ਮੇਰੇ ਨਾਲ ਨਹੀਂ ਤੋੜੋਗੇ ਮੈਂ ਤੁਹਾਡੇ ਨਾਲ ਨਹੀਂ ਤੋੜਾਂਗਾ, ਇਹਦੇ ਅਰਥ ਕੀਤੇ ਹੋਏ ਨੇ। ਉਹ ਰੱਬ ਜੀ ਨੂੰ ਮੇਰੇ ਨਾਲ ਕੰਮ ਹੈ ਨਾ, ਰੱਬ ਜੀ ਨੇ ਮੈਨੂੰ ਕੋਈ ਰਿਸ਼ਤਾ ਦੇਣਾ ਹੈ, ਜਾਂ ਮੈਂ ਰੱਬ ਜੀ ਦਾ ਕੋਈ ਗ੍ਰੇਟ ਕੰਮ ਕਰਦਾ। ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ। ਪਤਾ ਲੱਗਾ ਤੋਰੋ ਦੇ ਹਾਹੇ ਨੂੰ ਔਂਕੜ ਹੈ। ਭਵਿੱਖਤ ਕਾਲ ਵਿੱਚ ਗੱਲ ਕੀਤੀ ਜਾ ਰਹੀ ਹੈ, ਡਾਇਲੌਗ ਕੀਤੀ ਜਾ ਰਹੀ ਹੈ ਰੱਬ ਜੀ ਨਾਲ। ਰੱਬ ਜੀ ਸ਼ਬਦ ਮੋਹ ਕੀ ਫਾਸ ਦੇ ਨਾਲ ਬੱਝਾ, ਮੈਂ ਮੋਹ ਦੀ ਲੜੀ ਕੜੀ ਜੰਜੀਰ ਨਹੀਂ ਤੋੜ ਪਾਉਂਦਾ। ਅਗਰ ਤੁਮ ਨਾ ਤੋੜੋ भगवान जी, अगर तुम मेरे को मोह से ना छुड़ाओ तो मैं नहीं तोड़ सकता। तुम ना तोड़ो तो हम नहीं तोड़े, मेरे वस नहीं है। तुम स्यों तोड़ ते मैं तुहाडे नाल सच दी गल करा ही ना, गोहज गल कीजे सतगुर पास करा ही ना। अवर संग जोरी किवें, तुम स्यों तोड़ कवन संग जोर है। मैं किदे नाल अपने मन नूं तुहाडे नाल जोड़ा। मेरे को सतगुर दी मत वाली जंजीर है ही नहीं, पल्ला ही नहीं है, पल्ले टैंडे लागी मैं होई नहीं सतगुर दी मत अनुसार। कवन संग जोर है, मैं किस तरह लिंक बनावां तुहाडा। मैं फोन एक्टिवेट ही नहीं कराया तुहाडे नाल। हुण कहंदे न माणक मोती नाम प्रभ उन लगे नाही सन। रब्बी गुणा नूं माणक मोती कहते हैं। रतन जवाहर माणिक मत विच रतन जवाहर माणिक देंदे ने, सानू सुमत बख्श देंदे ने। जनक मोती रतन माणिक के सारे लफज वरते गए ने पॉजिटिव सेंस विच। ये मनुख दा आत्मक शिंगार है। उन लगे नाही सन। एक इंसान नूं जदों रब्बी गुण समझ आ जाते हैं, वो इन्हों पकाना शुरू कर देंदा, इन्हां दा सुभाव बना लैंदा है। ਉਹਨੂੰ उस इंसान के हिरदे चों कोई नहीं चुरा सकता। सन लगाना मतलब होंदा पौड़ी लगा के चोर चोरी कर लैंदी में, इस तरह हिरदे चों सन ला के कोई चोरी नहीं कर सकता। कोई विकार काम क्रोध लोभ ओंकार चोरी नहीं कर सकता। कोई अखां नक कन धोखा नहीं देंगे। कोई पैर किसी डांस वाल पॉप म्यूजिक वाल नहीं ले जाएंगे। कोई जीभ का चस्का शराब पीने वाल नहीं ले जाएगा। कोई कंध का चस्का किसी निंदा वाले पासे नहीं ले जाएगा। कोई सन मार के चोरी नहीं कर सकेगा। रंग सभे नारायण है। फिर जितना उसके मन उत्ते रंग चढ़ेगा ना, वो नारायण का रंग होएगा, रब जी का रंग होएगा। जेते मन भावन, जितने मन इत्थे मन दे नन्ने नूं सियारी है। भाव जिहड़ा अंतरात्मे विच रब जी वाला एलीवेटिड मन है, अंताकरण। जदों मन साडे वाला अज्ञानता वाला मैला मन दूर हो गया, तो सच की अवस्था जी मन की आई, वो मन के नन्ने नूं सियारी। वो मन जिहड़ा है ना, वो सिर्फ चंगे गुण ही पसंद करता है। चंगे ख्याल ही उन्होंने आते हैं, चंगे ही फुरने आते हैं, चंगे ही थॉट्स आंदियां ने। जेते मन पावन, जो हर लोड़े सो करे। जो हर लोड़े, जो इंसान रब जी नूं लोड़दा है, भाव रब जी दे ज्ञान नूं, भाव रब जी दे गुणां नूं। जो हर लोड़े, जो भी इंसान हर नूं लोड़दा है, हर जेठ जुड़न दा लोड़ी है, तो फिर उन्होंने लोड़दा है जिहड़ा जिस अगे सब निवन। जो हर लोड़े सो करे। फिर वो मनुख वो वाले काम करता है, वो वेला टाइम इधर उधर जाया नहीं करता। जिसको भगवान चाहिए वो भगवान को प्राप्त करने वाले काम करेगा ना। उसको टाइम थोड़े ना इधर उधर टाइम जाया करने का। उसके पास टाइम नहीं है। उसको दिन में 75 बारी न्यूज़ देखने का, बार बार एक चैनल बदल के दूसरे चैनल। मैं उन्हें न्यूज़ देख रहा ना, तेनों पता मैं घर आया तो पहला सब तो पहला न्यूज़ देखना। हर रोटी पा न्यूज़ देख रहा, देख ली फिर देख ली, खा ली फिर देख ली, खा ली फिर देख ली। बार बार न्यूज़ चैनल चेंज कर करके न्यूज़ देखनी। बार बार राती भी दोपहरी भी, दुबई टाइम ते भी, अमरीका टाइम ते भी, इंडिया टाइम ते भी उसी सीरियल नूं बार बार देखना। नहीं राती है मेरा हिस्सा रह गया सी, दोबारा देखना। नहीं राती मैं किधरे गई हुई सी, हुण देखना है। बार बार जीवन जाया करते। नौजवान बच्चे गल्लां च जाया करते हैं, SMS और टैक्स मैसेज इन्हां च जाया करते हैं। वड्डे अपनी जात बरादरी के पखंड च जाया करते हैं। धार्मिक मनुख किसी होर ढंग नाल जाया करता है। पर जिहड़ा सच नाल जुड़ना चाहता है, जो प्रभ लोड़ है, जो भगवान को चाहता है सो करे, वो वाले काम करता है।
वो उस पासे अपना कीमती समा लगाता है। सोई जी करन, जी मतलब उसका अंतरात्मे वाला जी उहियो काम ਉਹਦੇ ਕੋਲੋਂ ਕਰਾਂਦਾ ਤੇ ਉਹ ਉहियो ਕੰਮ ਕਰਦਾ ਹੈ। ਭਾਵ ਉਹਦੇ ਬੋਡੀ ਦੇ ਸਾਰੇ ਆਰਗਨਸ ਉहियो ਕੰਮ ਕਰਦੇ ਨੇ ਜਿਸ ਪਾਸੇ ਟੁਰਨਾ ਹੈ, ਸੱਚ ਵਾਲੇ ਪਾਸੇ। ਜੋ ਪ੍ਰਭ ਕੀਤੇ ਆਪਣੇ ਸਹੀ ਕਈਆਂ ਧਨ, ਜੋ ਪ੍ਰਭੂ ਨੂੰ ਆਪਣਾ ਬਣਾ ਲੈਂਦੇ ਨੇ। ਜਦੋਂ ਆਪਣਾ ਬਣਾ ਲੈਂਦੇ ਨਾ, ਅਬ ਮੋਏ ਰਾਮ ਆਪਣਾ ਕਰ ਜਾਂਦੇ ਹੋ। ਅਸੀਂ ਰੱਬ ਨੂੰ ਆਪਣਾ ਬਣਾਉਣਾ ਹੈ, पर असी अपना नहीं बनाया। असी क्या नहीं, भगवान मेरा, तुम्हारा भगवान तो भगवान ही नहीं है, मेरा भगवान है। इस भगवान की मैं रक्षा करूंगा, इस भगवान को मैं ऐसे बचाऊंगा, तुम नेड़े आए तुमको मार दूंगा। इस भगवान को बचाने के लिए ऐसे मैं दरबान रखूंगा, ऐसे मैं चौकीदार रखूंगा, ऐसे मैं दीवार बनाऊंगा, ऐसे मैं ताला मारूंगा, ऐसे मैं सोना लगा दूंगा, ये कर दूंगा। मेरा भगवान बनाया, अपना भगवान नहीं बनाया। अपना भगवान हिरदे विच बनाया जाता है। वो जिहड़ा बनाया जाता है वो बाहर थापिया ना जाए, कीता ना होए, आपे आपने जे अपना बना लेना। अब मोए राम अपना कर जाने, अपना बना लिया। जो अपना बुलाते हैं तां कहते ने अपने प्रभु नूं अपना। अपना जितनी बाणी चुन अपना पढ़ोगे ना तो पता लगेगा। जो प्रभ कीते अपने, जिसने रब जी नूं अपना लिया, उन्हां दे गुण अपना ले, सही कही धन वो तनता योग हन। आपन लिया जे मिले विछड़ क्यों रोवन। ਹੁਣ ਇਸ ਆਪਣ ਲਿਆ ਦਾ ਮਤਲਬ ਹੈ ਆਪਣ ਲਿਆ ਜੋ ਮਿਲਿਆ, ਇਹ ਨੈਗੇਟਿਵ ਅਰਥ ਕੀਤੇ ਹੋਏ ਨੇ ਕਿ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਰੱਬ ਜੀ ਨੂੰ ਮਿਲਣਾ ਚਾਹੇ ਤਾਂ ਫਿਰ ਉਹ ਵਿਛੜ ਕੇ ਕਿਉਂ ਰੋਂਦਾ ਹੈ। ਇਹ ਅਚਾਨਕ ਗੁਰਮੁਖ ਅਵਸਥਾ ਦੇ ਸ਼ਬਦ ਵਿੱਚ ਇਹ ਪੰਕਤੀ ਦੇ ਅਰਥ ਲੱਗਦੇ ਨਹੀਂ ਨੇ। ਮੈਨੂੰ ਸਾਧ ਸੰਗਤ ਜੀ ਜਾਪਦਾ ਹੈ ਕਿ ਜੇ ਪੋਜ਼ਿਟਿਵ ਲੜੀ ਦੀ ਚੜ੍ਹਾਈ ਚੜ੍ਹਦੇ ਜਾਈਏ ਤਾਂ ਇਹ ਵੀ ਪੋਜ਼ਿਟਿਵ ਹੈ। ਆਪਣ ਲਿਆ ਅਡਾਪਟ ਕਰ ਲੈਣਾ, ਲਿਆ ਹੁੰਦਾ ਲੀਤੜਾ, ਲੀੜਾ, ਰੰਗ ਲੈਣਾ, ਜੁੜ ਜਾਣਾ। ਆਪਣ ਲਿਆ ਰੱਬ ਜੀ ਨੂੰ ਆਪਣਾ ਬਣਾ ਕੇ ਉਹਨਾਂ ਦੇ ਨਾਲ ਜੁੜ ਜਾਣਾ, ਅਪਣਾ ਲੈਣਾ ਉਹਨਾਂ ਨੂੰ। ਆਪਣ ਲਿਆ ਜੇ ਮਿਲੇ, ਜੇ ਦਾ ਮਤਲਬ ਇਫ ਨਹੀਂ ਹੈ, ਅਗਰ ਨਹੀਂ ਹੈ। ਜੇ ਦਾ ਮਤਲਬ ਹੈ ਜੋ इंसान, जिस नू जो भी इंसान भगवान को अपना बना लेता है, उसके साथ जुड़ जाता है, आपन लिया जे मिला है, तो फिर वो इंसान अवगुण जितने छोड़ता जाता उन्होंने वास्ते अफसोस नहीं करता, रैगरैट बिल्कुल नहीं करता। इत्थे एक श्लोक समझण वाला है, कबीर संत मुए क्या रोई है, जो अपने क्रह जाए। जो इंसान सच पासे टुर पैंदा ना, ਉਹਨੂੰ ਲੋਕੀ ਪਤਾ ਕਹਿੰਦੇ, ਹਾਏ ਇਹਨਾਂ ਦਾ ਮੁੰਡਾ ਦੇਖੋ ਨਾ ਉੱਕਾ ਹੀ ਗੁਰਮੁਖ ਹੋ ਗਿਆ ਹੈ, ਪਾਠ ਹੀ ਕਰਦਾ ਰਹਿੰਦਾ ਹੈ, ਗੁਰਦੁਆਰੇ ਸੇਵਾ ਹੀ ਕਰਦਾ ਰਹਿੰਦਾ ਹੈ, ਕੀਰਤਨ ਹੀ ਕਰਦਾ ਰਹਿੰਦਾ ਹੈ, ਬਿਜ਼ਨਸ ਤੇ ਜਾਂਦਾ ਹੀ ਨਹੀਂ, ਦੁਕਾਨ ਕਰਦਾ ਹੀ ਨਹੀਂ, ਉੱਕਾ ਹੀ ਰਹਿ ਗਿਆ, ਬਿਲਕੁਲ ਹੀ ਭੋਂਦੂ ਹੈ, ਦੀ ਵੋਟੀ ਸਿਰ ਚੜ ਜਾਏਗੀ, ਹਾਏ ਕੋਈ ਰਿਸ਼ਤਾ ਹੀ ਨਹੀਂ ਦਿੰਦਾ, ਬਹੁਤ ਹੀ ਸ਼ਰੀਫ ਹੋ ਗਿਆ, ਗਾਂ ਵਰਗਾ ਹੋ ਗਿਆ, ਦਿਸ ਐਂਡ ਦੈਟ। ਉਹਦੇ ਬਾਰੇ ਰੋਣਾ ਸ਼ੁਰੂ ਕਰ ਦਿੰਦੇ ਨੇ ਕਿ ਇਹਨੇ ਦੁਨਿਆਵੀ ਸਾਰੇ ਪਖੰਡ ਝੂਠ ਫਰੇਬ ਛੋੜ ਦਿੱਤੇ। ਉਹ ਰੋ ਰਹੇ ਨੇ ਉਹਦੇ ਚੰਗੇ ਗੁਣਾਂ ਨੂੰ ਛੋੜਨ, ਭੈੜੇ ਗੁਣਾਂ ਨੂੰ ਛੋੜਨ ਵਾਸਤੇ। ਗੁਰੂ ਸਾਹਿਬ ਕਹਿੰਦੇ ਨੇ, ਸੰਤ ਮੂਏ ਕਿਆ ਰੋਈ ਹੈ, ਕਿਉਂ ਰੋਂਦੇ ਹੋ, ਸੱਚ ਕਰਕੇ ਆਤਮਿਕ ਤੌਰ ਤੇ ਮਰ ਗਿਆ ਹੈ, ਉੱਚੇ ਜੀਵਨ ਵਾਲਾ ਜੀਵਤਿਆਂ ਮਰ ਰਹੀ ਹੋ ਗਿਆ। ਸੰਤ ਮੂਏ क्या रोई है, जो अपने ग्रह जाए, जो अंतरात्मे वाले घर ही चला गया, महल ही चला गया। और रोवो साकत बापरे, जो हाट है हाट बिकाए। उसको रो जो थां थां पे बिक जाता है, थां थां ते अपना दीन ईमान छोड़ देता है, थां थां ते सच नूं पिठ कर देंदा है, हाथ तली ते रख के जांदा जांदा पिठ कर देंदा है, सिर धर तली गली मोरी आओ आंदा है पर पिठ करके चला जाता है। पर गुरु पातशाह इत मारक पैर तरीजै सिर दीजै काण ना कीजै। सच नाल जुड़ना। लोग थां थां ते देखो पुत्तर जम्मिया है, भावें साडे कोल लखां करोड़ां ने, पर लोकी की कहणगे इन्हां दे पुत्तर दे विआह ते कार नहीं दित्ती। कार तो वधिया होनी चाहिए। पिछे मैनूं एक मुंडा कहता वीर जी मेरे मुंडे दे विआह ते असीं उन्हां कोल कार मंगी नहीं है, पर उन्होंने सानू कार दित्ती। हुण मेरे मुंडे नूं जिहड़ी कार उन्होंने दित्ती वो 8 लाख दी आंदी, मेरा मुंडा कहता मैं सारे दोस्त जिन्ने ने सब कोल 15 लाख तो घट वाली कार ही नहीं है। हुण सानू उन्हां नूं कहना पिया कि सानू कम से कम स्टैंडर्ड मुताबिक 15 दी ते दिओ ना। दीनवान छोड़ता, एकदम छोड़ दिता। थां थां ते असीं इंज डिगदे हां। ਜਦੋਂ ਥਾਂ ਥਾਂ 'ਤੇ ਡਿੱਗਦੇ ਆ ਨਾ ਤਾਂ ਅਸੀਂ ਹੱਟ ਹੈ ਹੱਟ ਬਿਕਾਏ ਹੋ ਗਏ। ਦਾਜ ਲੈਣਾ ਦਾਜ ਦੇਣਾ
ਦਾਜ ਦੇ ਬਾਰੇ ਗੱਲਾਂ ਕਰਨੀਆਂ। ਜੋ ਲੋਕੀ ਦਾਜ ਲੈਂਦੇ ਨੇ ਉਹਨਾਂ ਦੇ ਬਾਰੇ ਵਧਾ ਚੜਾ ਗਾ, ਉਹਨਾਂ ਦੀ ਇਤਨੀ ਲੜੀਆਂ, ਇੰਨਾ ਸੋਨਾ ਆਇਆ, ਇਹ ਆਇਆ ਹੋਇਆ। ਇਹ ਫालतू ਗੱਲਾਂ ਵਿੱਚ ਗੌਸਪਿੰਗ ਕਰ ਕਰਕੇ ਦੂਜਿਆਂ ਦੇ ਦਰ 'ਤੇ ਬੈਠੇ ਰਹਿਣਾ। ਬਾਹਰ ਪਰਾਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਕਸੀ ਜੀਓ ਸ਼ਰੀਰੋਂ ਲੈ। ਇਹ ਮੋਇਆਂ ਦੇ ਬਰਾਬਰ ਹੈ, ਦੂਜਿਆਂ ਦੇ ਦਰ 'ਤੇ ਬੈਠ ਕੇ ਦੂਜਿਆਂ ਦੀਆਂ ਗੱਲਾਂ ਕਰਦੇ ਰਹਿਣਾ, ਦੂਜੇ ਨਾਲ ਕੰਪੇਅਰ ਕਰਦੇ ਰਹਿਣਾ। ਉਹਦਾ ਵਿਆਹ ਚੰਗੇ ਘਰ ਹੋਇਆ ਹੈ, ਉਹਨੂੰ ਪੈਸਾ ਜ਼ਿਆਦਾ ਮਿਲਿਆ ਹੈ, ਉਹਨੂੰ ਪ੍ਰਾਪਰਟੀ ਮਿਲੀ ਹੈ, ਉਹਦੀ ਵੋਟੀ ਸੋਹਣੀ ਹੈ, ਉਹ ਪੈਸਾ ਲੈ ਕੇ ਆਈ ਹੈ, ਉਹਦੀ ਵੋਟੀ ਨੌਕਰੀ ਕਰਦੀ ਹੈ, ਮੇਰੀ ਵੋਟੀ ਗਰੀਬਣੀ ਹੈ, ਕੋਈ ਦਾਜ ਨਹੀਂ ਮਿਲਿਆ, ਹਾਏ ਕੋਈ ਕਾਰ ਨਹੀਂ ਮਿਲੀ, ਅਸੀਂ ਤਾਂ ਲੁੱਟੇ ਗਿਆ ਮਾਰੇ ਗਿਆ। ਇਹ ਸਾਰਾ ਕੀ ਹੈ? ਹੱਟ ਹੈ, ਹੱਟ ਵਿਕਾਏ। ਉਹ ਰੋਵੋ ਸਾਕਤ ਵਾਪਰੇ ਜੋ ਹੱਟ ਹੈ, ਹੱਟ ਵਿਕਾਏ। ਜਿਹੜਾ ਸੱਚ ਨਾਲ ਜੁੜ ਕੇ ਅੰਤਰਾਤਮੇ ਦੇ ਘਰ 'ਚ ਚਲਾ ਗਿਆ, ਉਹਨੂੰ ਕਿਉਂ ਰੋਂਦੇ ਹੋ? ਹੁਣ ਜਿਹੜਾ ਸੱਚ ਦੇ ਨਾਲ ਜੁੜ ਜਾਂਦਾ ਨਾ, ਉਹ ਅਵਗੁਣਾਂ ਨੂੰ ਛੋੜਨ ਵੇਲੇ ਦੁਖੀ ਨਹੀਂ ਹੁੰਦਾ, ਅਵਗੁਣ ਛੱਡ ਦਿੰਦਾ, ਅਵਗੁਣ ਛੋੜ ਗੁਣਾ ਕੋ ਧਾਵੂ ਕਰ ਲੈਂਦਾ। ਜੋ ਪ੍ਰਭ ਕੀਏ ਆਪਣੇ ਸਹੀ ਕਹੀਏ ਤਨ ਆਪਣ ਲੀਆ ਜੇ ਮਿਲੇ, ਵਿਛੜ ਕਿਉਂ ਰੋਵਨ, ਉਹ ਨਹੀਂ ਰੋਂਦੇ ਹਨ ਅਵਗੁਣ ਛੱਡ ਕੇ, ਅਵਗੁਣਾਂ ਤੋਂ ਵਿਛੋੜਾ ਪਾ ਕੇ। ਉਹ ਸੱਚ ਦੇ ਗੁਣਾਂ ਦੀ ਮਿਹਨਤ ਦਾ ਸੁਭਾਅ ਪਕਾਉਂਦੇ ਜਾਂਦੇ ਨੇ, ਰੋਜ਼ ਦੀ ਹੈਬਿਟ ਵਧਾਉਂਦੇ ਜਾਂਦੇ ਨੇ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਹੈ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਖਵਾਇਆ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜਾ ਸਵਾਇਆ। ਉਹਨਾਂ ਦਾ ਜੀਵਨ ਹੋਰ ਚੰਗਾ ਹੁੰਦਾ ਜਾਂਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਪਰ ਜਿਨ੍ਹਾਂ ਕੋਲ ਗੁਣ ਨੇ ਨਾ, ਉਹਨਾਂ ਨੂੰ ਕੀ ਕਰਦਾ? ਗੁਣਵੰਤਿਆਂ ਗੁਣ ਦੇ, ਉਹਨਾਂ ਨੂੰ ਹੋਰ ਗੁਣ ਦੇਈ ਜਾਂਦਾ। ਇਸ ਕਰਕੇ ਸਾਧ ਸੰਗਤ ਜੀ ਇਹ ਗੱਲ ਯਾਦ ਰੱਖਣਾ, ਜਿਹੜੇ ਕੋਲ 4 ਜਾਂ 5 ਜਾਂ ਕੁਛ ਚੰਗੇ ਗੁਣ ਹਨ ਨਾ, ਉਹ ਇਨਸਾਨ ਰੱਬ ਜੀ ਅੱਗੇ ਬੇਨਤੀ ਕਰੇ ਕਿ ਮੈਨੂੰ ਹੋਰ ਗੁਣ ਦਿਓ, ਤਾਂ ਰੱਬ ਜੀ ਉਹਨੂੰ ਹੋਰ ਗੁਣ ਦੇਈ ਜਾਣਗੇ। ਪਰ ਉਹ ਉਹਨਾਂ ਗੁਣਾਂ 'ਤੇ ਤਾਂ ਮਿਹਨਤ ਕਰਦਾ ਹੈ, ਘਮੰਡ ਨਾ ਕਰੇ, ਨਮਰਤਾ 'ਚ ਰਵੇ, ਨਿਮਾਣਾ ਨਿਤਾਣਾ ਰਵੇ, ਹੋਰ ਗੁਣ ਵਧਾਈ ਜਾਏ। ਰੱਬ ਜੀ ਗੁਣਵੰਤਿਆਂ ਗੁਣ ਦੇ ਦੇਈ ਜਾਣਗੇ। ਇਹ ਤਾਂ ਰੱਬ ਜੀ ਦੀ ਵਡਿਆਈ ਹੈ। ਨਾਨਕ ਨਿਰਗੁਣ ਗੁਣ ਕਰੇ, ਤੇ ਰਤਨ ਜਵਾਹਰ ਮਾਣਿਕ ਉਹਦੇ ਹਿਰਦੇ ਵਿੱਚ ਖਜ਼ਾਨਾ ਮੱਤ ਵਿੱਚ ਪਾਈ ਜਾਂਦੇ ਨੇ। ਉਹ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਉਹ ਸੱਚ ਦੀ ਸੰਗਤ ਦੇ ਨਾਲ ਰੱਬ ਜੀ ਦਾ ਰੰਗ ਮਾਣਦੇ ਨੇ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ, ਉਹ ਆਪਣਾ ਭਾਗ ਇਸ ਤਰ੍ਹਾਂ ਮਿਹਨਤ ਕਰਕੇ ਬਣਾ ਲੈਂਦੇ ਨੇ। ਰੰਗੀਲਾ ਜੇਠ ਰੱਬ ਜੀ ਦੇ ਗੁਣਾਂ ਦਾ ਰੰਗ ਆਪਣੇ ਹਿਰਦੇ ਚਾੜ ਲੈਂਦੇ ਨੇ, ਆਪਣੇ ਜੀਵਨ ਨੂੰ ਰੱਬੀ ਰੰਗ ਵਿੱਚ ਰੰਗ ਲੈਂਦੇ ਨੇ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੂਲੜਾ ਪਿਆਰੇ ਕਿਉਂ ਤਨ ਸੇ ਜਾਏ। ਹਉ ਕੁਰਬਾਨੇ ਜਾਉ ਮਿਹਰਵਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ ਸਤ ਕੁਰਬਾਨੇ ਜਾਉ। ਕਾਇਆ ਰੰਗਣ ਜੇ ਥੀਐ ਪਿਆਰੈ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ। ਇਹੀ ਤਾਂ ਜੇਠ ਜੀਵਨ ਦਾ ਰੰਗ ਚੜ੍ਹ ਲਿਆ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਅੰਦਰ ਹਿਰਦੇ 'ਚ ਰੱਬ ਜੀ ਬੈਠੇ ਵਸਦੇ ਨਜ਼ਰ ਆ ਗਏ। ਸਤਿਗੁਰ ਦੀ ਮੱਤ ਦਾ ਗਿਆਨ ਐਸੀ ਕੁੰਡੀ ਖੋਲ ਦਿੰਦਾ। ਸਾਧ ਸੰਗਤ ਜੀ, ਇਸ ਬਾਣੀ ਨੂੰ ਖੋਜ ਕੇ ਪੜ੍ਹਨਾ ਚਾਹੀਦਾ ਹੈ। ਸਿਰਫ ਇਸ ਦੇ ਕੋਲ ਬੈਠ ਕੇ ਇਸ ਨੂੰ ਪੜ੍ਹ ਲਿਆ, ਪਰ ਲਫ਼ਜ਼ੀ ਰਟਨ ਕਰਦੇ ਰਹੇ ਜਾਂ ਬਾਹਰੋਂ ਪੜ੍ਹਦੇ ਰਹੇ, ਉਹ ਜੀਵਨ ਬਚਪਨ ਇਨੀਸ਼ੀਅਲ ਅਵਸਥਾ ਤੱਕ ਠੀਕ ਹੈ, ਪਰ ਅਸਲੀਅਤ ਵਿੱਚ ਇਸ ਦੇ ਤੱਤ ਗਿਆਨ ਨੂੰ ਸਮਝਣਾ ਅਸੀਂ ਕਿ ਰੱਬੀ ਰੰਗ ਦੇ ਵਿੱਚ ਆਪਣੇ ਜੀਵਨ ਦਾ ਚੋਲਾ ਰੰਗ ਲੈਣਾ। ਜੀਵਨ ਦਾ ਚੋਲਾ ਕੀ ਹੈ? ਉਹ ਜਿਹੜਾ ਅਸੀਂ ਆਵਣ ਵੇਲੇ ਜਨਮ ਧਾਰਿਆ ਸਤਿਗੁਰ ਦੀ ਮੱਤ ਲੈ ਕੇ, ਇਸ ਦੇਹ ਨੂੰ, ਇਸ ਜੀਵਨ ਦੇ ਇਸ ओवन दे विच, इस आवे दे विच, इस पट्ठी दे विच, जैसी अगन उधर मैं तैसी बाहर माया दी इस पट्ठी विच तपाया ना, जीवन पक्का कर लिया चंगे गुणा दा। ਤਾਂ ਇਹ ਜਿਹੜੀ ਮਿਹਨਤ ਕੀਤੀ ਜਾਂਦੀ ਹੈ ਇਹਨੂੰ ਭਾਗ ਮਥਨ ਕਹਿੰਦੇ ਨੇ। ਮਿਹਨਤ ਕਰਕੇ ਡੈਸਟੀਨੀ ਇਜ਼ ਇਨ ਆਵਰ ਹੈਂਡ, ਵੀ ਕ੍ਰੀਏਟ ਆਵਰ ਓਨ ਡੈਸਟੀਨੀ। ਅਸੀਂ ਭਾਗ ਆਪਣੇ ਆਪ ਬਣਾਉਂਦੇ ਹਾਂ।
ਇਹਦੇ ਵਾਸਤੇ ਜਿੰਨੀਆਂ ਟੇਪਸ ਨੇ ਤਕਦੀਰ ਅਤੇ ਸਾਫ ਮਨ ਧਿਆਨ ਉਹ ਸਾਰੀਆਂ ਤੁਸੀਂ ਸੁਣ ਸਕਦੇ ਹੋ। ਹਰ ਜੇਠ ਰੰਗੀਲਾ ਤਿਸ ਧਣੀ, ਉਸ ਧਨ ਉਸ ਧਣੀ ਉਸ ਇਸਤਰੀ ਉਸ ਜੀਵ ਰੂਪੀ ਇਨਸਾਨ ਵਾਸਤੇ ਜੀਵਨ ਰੰਗੀਲਾ ਹੋ ਜਾਂਦਾ। ਸਾਰਾ ਜੀਵਨ ਜੇਠ ਦੇ ਰੰਗ ਵਿੱਚ ਰੰਗ ਜਾਂਦਾ ਹੈ, ਰੱਬ ਜੀ ਦੇ ਰੰਗ ਵਿੱਚ ਰੰਗ ਜਾਂਦਾ ਹੈ। ਉਹ ਰੱਬ ਜੀ ਦੇ ਰੰਗ ਵਿੱਚ ਜੁੜ ਜਾਂਦੇ ਨੇ। ਉਹਨਾਂ ਵਾਸਤੇ ਸਾਰੇ 12 ਮਹੀਨੇ 365 ਦਿਨ ਸਾਰੀ ਜ਼ਿੰਦਗੀ ਹੀ ਜੇਠ ਬਣ ਜਾਂਦੀ ਹੈ। ਉਹਨਾਂ ਨੂੰ ਇੱਕ ਦਿਨ ਜੇਠ ਦੀ ਸੰਗਰਾਂਦ ਨਹੀਂ ਮਨਾਉਣੀ ਪੈਂਦੀ।